ਸਤਿ ਸ਼੍ਰੀ ਅਕਾਲ ਜੀ। ਮੈਂ ਜਸਪ੍ਰੀਤ ਸਿੰਘ। ਵੈਲਕਮ ਟੂ ਪੰਜਾਬ ਅਕੈਡਮੀ ਆਨਲਾਈਨ। ਅੱਜ ਜਿਹੜਾ ਆਪਣਾ ਟੌਪਿਕ ਹੈ ਜੀਕੇ ਦੇ ਜਿਹੜੇ ਹੈਗੇ ਟੌਪਿਕ ਨੇ, ਅਤੇ ਦੇਖੋ ਉਹਨਾਂ ਨੇ ਸਪੈਸ਼ਲੀ ਦੋ ਚੀਜ਼ਾਂ ਦੱਸੀਆਂ ਹੋਈਆਂ ਨੇ। ਕਹਿੰਦਾ ਇੱਕ ਤਾਂ ਹੈ ਸੋਸ਼ਲ ਸਾਇੰਸ, ਠੀਕ ਹੈ ਜੀ, ਇੱਕ ਹੈ ਤੁਹਾਡਾ ਸਾਇੰਸ। ਸੋਸ਼ਲ ਸਾਇੰਸ ਦੇ ਵਿੱਚ ਆਪਾਂ ਇਕਨੋਮਿਕਸ ਕਰਾਂਗੇ, ਠੀਕ ਹੈ। ਅੱਜ ਤੱਕ ਪੇਪਰ ਦੇ ਵਿੱਚ ਜਿੰਨਾ ਵੀ ਉਹਨਾਂ ਨੇ ਜਿਹੜੀਆਂ ਚੀਜ਼ਾਂ ਮੇਨਲੀ ਜ਼ਿਆਦਾ ਜਿਹੜੀਆਂ ਚੀਜ਼ਾਂ ਪੁੱਛੀਆਂ ਨੇ ਸਾਇੰਸ ਅਤੇ ਸੋਸ਼ਲ ਸਾਇੰਸ ਦੇ ਵਿੱਚੋਂ, ਦੇਖੋ ਪਿਛਲੀ ਵਾਰੀ ਵੀ ਈਟੀਟੀ ਦਾ ਜਿਹੜਾ ਪੇਪਰ ਹੋਇਆ ਸੀ ਉਹ ਇਹਨਾਂ ਦੇ ਵਿੱਚੋਂ ਜ਼ਿਆਦਾ ਆਇਆ ਸੀਗਾ, ਅਤੇ ਉਹਨਾਂ ਨੇ ਜਿਹੜੇ ਜ਼ਿਆਦਾ ਚੀਜ਼ਾਂ ਅੰਡਰਲਾਈਨ ਕੀਤੀਆਂ ਹੋਈਆਂ ਨੇ ਅਤੇ ਉਹਦੇ ਵਿੱਚੋਂ ਜ਼ਿਆਦਾ ਪੁੱਛਣ ਦੇ ਜਿਹੜੇ ਹੈਗੇ ਆ ਸਵਾਲ ਜ਼ਿਆਦਾ ਆਉਣ ਦੇ ਚਾਂਸ ਹੁੰਦੇ ਨੇ। ਅੱਜ ਜਿਹੜੀ ਇਕੋਨਮੀ ਹੈ, ਠੀਕ ਹੈ, ਇੰਡੀਆ ਦੀ, ਭਾਰਤ ਦੀ ਅਰਥ ਵਿਵਸਥਾ ਹੈ, ਉਹਦੇ ਬਾਰੇ ਆਪਾਂ ਗੱਲ ਕਰਾਂਗੇ, ਠੀਕ ਹੈ ਜੀ। ਕੀ ਹੁੰਦੀ ਆ ਭਾਰਤ ਦੀ ਇਕੋਨਮੀ, ਕੀ ਹੁੰਦੀ ਆ ਅਰਥ ਵਿਵਸਥਾ, ਕਿਹਨੂੰ ਕਿਹਾ ਜਾਂਦਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਇਕੋਨਮੀ ਦੇ ਵਿੱਚ ਸਟਾਰਟ ਕਰਾਂਗੇ। ਇਹ ਆਪਣੇ ਜਿਹੜੇ ਹੈਗੇ ਪਹਿਲਾ ਲੈਕਚਰ ਆ, ਇਹਦਾ ਲਗਭਗ 3 ਤੋਂ 4 ਲੈਕਚਰਾਂ ਦੇ ਵਿੱਚ ਜਿਹੜੀ ਹੈਗੀ ਇਕੋਨਮੀ ਕੰਪਲੀਟ ਕਰ ਦਾਂਗੇ, ਠੀਕ ਹੈ ਜੀ। ਜਿਹੜਾ 2 ਤੋਂ 3 ਨੰਬਰਾਂ ਦਾ ਇਹਦੇ ਵਿੱਚੋਂ ਕੁਐਸਚਨ ਪੁੱਛੇ ਜਾਣਗੇ, ਠੀਕ ਹੈ ਜੀ। ਅੱਗੇ ਸਟਾਰਟ ਕਰਦੇ ਹਾਂ, ਵਧਦੇ ਹਾਂ ਆਪਣੇ ਸੈਸ਼ਨ ਵੱਲ। ਅੱਛਾ, ਇੱਕ ਤੁਹਾਨੂੰ ਰਿਕੁਐਸਟ ਹੈ ਕਿ ਆਪਾਂ ਜਿਹੜਾ ਚੈਨਲ ਹੈ, ਠੀਕ ਹੈ ਜੀ, ਥੋੜ੍ਹੇ ਜਿਹੇ ਰਹਿ ਗਏ ਸਬਸਕ੍ਰਾਈਬਰ, ਤਾਂ ਪਲੀਜ਼ ਉਹਨਾਂ ਨੂੰ ਜਿਹੜਾ ਹੈਗਾ 1000 ਤੋਂ ਉੱਪਰ ਸਟਾਰਟ ਆਪਾਂ ਸਬਸਕ੍ਰਾਈਬਰ ਲੈ ਕੇ ਜਾਈਏ, ਤਾਂ ਜੋ ਕੀ ਹੈ ਮੈਂ ਤੁਹਾਨੂੰ ਔਨ ਦੀ ਵੇ ਔਨਲਾਈਨ ਜਿਹੜੀਆਂ ਲਾਈਵ ਕਲਾਸਾਂ ਜਿਹੜੀਆਂ ਹੈਗੀਆਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ, ਤਾਂ ਜੋ ਕੀ ਹੈ ਤੁਹਾਡੇ ਡਾਊਟ ਵੀ ਮੇਰੇ ਤੱਕ ਪਹੁੰਚਣ, ਅਤੇ ਨਾਲ ਦੀ ਨਾਲ ਇੱਕ ਟਾਈਮਿੰਗ ਹੋਊਗੀ ਅਤੇ ਹਰ ਇੱਕ ਟਾਈਮ 'ਤੇ ਜਿਹੜੀ ਹੈਗੀ ਆ ਉਹ ਕਲਾਸ ਪ੍ਰੋਵਾਈਡ ਕੀਤੀ ਜਾਵੇਗੀ, ਠੀਕ ਹੈ ਜੀ। ਤਾਂ ਜ਼ਰੂਰ ਆਪਣੇ ਯਾਰਾਂ ਮਿੱਤਰਾਂ ਨਾਲ, ਦੋਸਤਾਂ ਨਾਲ, ਜਿੰਨੇ ਵੀ ਆਪਣੇ ਤੁਹਾਡੇ ਲਿੰਕ ਦੇ ਵਿੱਚ ਕੈਂਡੀਡੇਟ ਨੇ, ਉਹਨਾਂ ਨੂੰ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰੋ ਅਤੇ ਉਹਨਾਂ ਤੋਂ ਸਬਸਕ੍ਰਾਈਬ ਕਰਾਓ, ਤਾਂ ਜੋ ਆਉਣ ਵਾਲੀਆਂ ਜਿਹੜੀਆਂ ਜਿੰਨੇ ਵੀ ਦਿਨ ਆਪਣੇ 10 ਦਿਨ ਰਹਿੰਦੇ ਆ, ਆਪਾਂ ਔਨਲਾਈਨ ਕਲਾਸਾਂ ਸਟਾਰਟ ਕਰਕੇ ਜਿਹੜਾ ਹੈਗਾ ਬੈਨੀਫਿਟ ਲੈ ਸਕੀਏ। ਇਕੋਨਮੀ ਕੀ ਹੈ ਜੀ? ਇਕੋਨਮੀ ਜਿਹੜੀ ਹੈਗੀ ਆ, ਅਰਥ ਵਿਵਸਥਾ ਕੀ ਹੈ? ਅਰਥ ਵਿਵਸਥਾ ਨੂੰ ਪ੍ਰੋਡਕਸ਼ਨ ਐਂਡ ਡਿਸਟਰੀਬਿਊਸ਼ਨ ਵੀ ਕਿਹਾ ਜਾਂਦਾ। ਪੰਜਾਬੀ ਦੇ ਵਿੱਚ ਕੀ ਕਹਿ ਸਕਦੇ ਹਾਂ? ਪੈਦਾਵਾਰ ਅਤੇ ਖਪਤ ਵੀ ਕਹਿ ਸਕਦੇ ਹਾਂ। ਪੈਦਾਵਾਰ ਅਤੇ ਖਪਤ ਨੂੰ ਕੀ ਕਿਹਾ ਜਾਂਦਾ ਹੈਗਾ? ਇਕੋਨਮੀ ਕਿਹਾ ਜਾਂਦਾ। ਜੇ ਤੁਹਾਨੂੰ ਪੁੱਛਿਆ ਜਾਵੇ ਵਟ ਇਜ਼ ਦਾ ਇਕੋਨਮੀ, ਪ੍ਰੋਡਕਸ਼ਨ ਐਂਡ ਡਿਸਟਰੀਬਿਊਸ਼ਨ, ਪਹਿਲਾਂ ਪੈਦਾਵਾਰ ਕਰਨਾ, ਫਿਰ ਉਸ ਪੈਦਾਵਾਰ ਕੀਤੀ ਹੋਈ ਚੀਜ਼ ਦੀ ਜਿਹੜੀ ਹੈਗੀ ਆ ਡਿਸਟਰੀਬਿਊਸ਼ਨ, ਖਪਤ ਕਰਨਾ, ਉਸ ਨੂੰ ਕੀ ਕਿਹਾ ਜਾਂਦਾ ਹੈਗਾ? ਇਕੋਨਮੀ ਕਿਹਾ ਜਾਂਦਾ ਹੈਗਾ। ਭਾਰਤ ਵਿੱਚ ਕਿਸੇ ਵੀ ਚੀਜ਼ ਨੂੰ ਕਿੰਨੀ ਵੀ ਪੈਦਾਵਾਰ ਜਾਂ ਖਪਤ ਹੁੰਦੀ ਹੈ, ਉਸ ਨੂੰ ਕੀ ਕਿਹਾ ਜਾਂਦਾ ਹੈਗਾ? ਇਕੋਨਮੀ ਕਿਹਾ ਜਾਂਦਾ ਹੈਗਾ। ਇਕੋਨਮੀ ਨੂੰ ਕਿਹੜੀਆਂ ਚੀਜ਼ਾਂ ਨਾਲ ਮਾਪਿਆ ਜਾਂਦਾ ਹੈ? ਤਾਂ ਉਹ ਇੱਕ ਸਾਲ ਦੇ ਅੰਦਰ ਜਿਹੜੀਆਂ ਜਿੰਨੀ ਵੀ ਪੈਦਾਵਾਰ ਹੁੰਦੀ ਹੈ, ਜਿਵੇਂ ਖੇਤੀ ਦੇ ਵਿੱਚ ਕਿੰਨੀ ਪੈਦਾਵਾਰ ਹੋਈ, ਵਪਾਰਿਕ ਪੈਦਾਵਾਰ ਕਿੰਨੀਆਂ ਹੋਈਆਂ, ਸਰਵਿਸ ਸੈਕਟਰ ਦੇ ਵਿੱਚੋਂ ਕਿੰਨੀ ਇਨਕਮ ਹੋਈ, ਉਹ ਸਾਰੀਆਂ ਇੱਕ ਸਾਲ ਦੇ ਵਿੱਚ ਇਕੋਨਮੀ ਨੂੰ ਮਾਪਿਆ ਜਾਂਦਾ ਹੈਗਾ। ਉਹ ਸਾਰੀਆਂ ਚੀਜ਼ਾਂ ਕਾਹਦੇ ਵਿੱਚ ਆ ਸਕਦੀਆਂ? ਖੇਤੀਬਾੜੀ ਦੀ ਪੈਦਾਵਾਰ ਵੀ ਉਹਦੇ ਵਿੱਚ ਇਨਕਲੂਡ ਹੁੰਦੀ ਹੈ, ਵਪਾਰਕ ਪੈਦਾਵਾਰ ਵੀ ਉਹਦੇ ਵਿੱਚ ਇਨਕਲੂਡਿੰਗ ਹੁੰਦੀ ਹੈ, ਅਤੇ ਸਰਵਿਸ ਜਿਹੜੀ ਸੈਕਟਰਾਂ ਦੇ ਵਿੱਚੋਂ ਇਨਕਮ ਹੁੰਦੀ ਹੈ ਉਹ ਵੀ ਉਹਦੇ ਵਿੱਚ ਇਨਕਲੂਡਿੰਗ ਹੁੰਦੀ ਹੈ। ਭਾਰਤ ਜਿਹੜੀ ਅਰਥ ਵਿਵਸਥਾ ਹੈ ਉਹ GDP ਹੁੰਦੀ ਹੈ ਜੀ। GDP ਜਿਹੜੀ ਇੱਕ ਸਾਲ ਦੇ ਵਿੱਚ ਜਿਹੜੀ ਉਹਨਾਂ ਦੀ ਕੰਪੈਸਿਟੀ ਹੈ, ਕਿੰਨੇ ਦਾ ਬਿਜ਼ਨਸ ਕਰਦੀ ਹੈ, ਤਾਂ $2.8 ਟ੍ਰਿਲੀਅਨ ਦਾ ਬਿਜ਼ਨਸ ਕਰ ਲੈਂਦੀ ਹੈ ਭਾਰਤ ਦੀ GDP। ਜੇ ਤੁਹਾਨੂੰ ਪੁੱਛਿਆ ਜਾਵੇ ਭਾਰਤ ਦੀ GDP ਕਿੰਨੇ ਦਾ ਬਿਜ਼ਨਸ ਕਰ ਲੈਂਦੀ ਹੈ, ਤਾਂ 2.8 ਟ੍ਰਿਲੀਅਨ ਦਾ ਬਿਜ਼ਨਸ ਕਰ ਲੈਂਦੀ ਹੈ ਭਾਰਤ ਦੀ GDP। ਅੱਗੇ ਮੈਂ ਤੁਹਾਨੂੰ GDP ਦਾ ਸਾਰਾ ਚੈਪਟਰ ਕਰਾਵਾਂਗਾ, ਅੱਗੇ ਆਵੇਗਾ। ਅੱਛਾ, ਮੈਂ ਤੁਹਾਨੂੰ ਦੱਸ ਦਿੰਦਾ, 1 ਟ੍ਰਿਲੀਅਨ ਦੇ ਵਿੱਚ 1 ਲੱਖ ਕਰੋੜ ਰੁਪਏ ਹੁੰਦੇ ਨੇ ਜੀ। 1 ਬਿਲੀਅਨ ਦੇ ਵਿੱਚ ਜਿਹੜੇ ਹੈਗੇ ਆ, 1 ਬਿਲੀਅਨ ਦੇ ਵਿੱਚ 100 ਕਰੋੜ ਰੁਪਏ ਹੁੰਦੇ ਨੇ। ਵਾਹ, ਕਿਆ ਬਹੁਤ ਹੁੰਦੇ ਆ ਭਾਈ 100 ਕਰੋੜ ਰੁਪਏ। 1 ਮਿਲੀਅਨ ਦੇ ਵਿੱਚ 10 ਲੱਖ ਜਿਹੜੇ ਹੈਗੇ ਆ ਰੁਪਏ ਹੁੰਦੇ ਨੇ ਜੀ। $1 ਦੇ ਵਿੱਚ 74 ਰੁਪਏ ਲਗਭਗ। ਦੇਖੋ ਡਾਲਰ ਦਾ ਰੇਟ ਵੱਧਦਾ ਰਹਿੰਦਾ ਹੈਗਾ, 74 ਵੀ ਹੋ ਜਾਂਦਾ ਹੈ, 70 ਵੀ ਹੋ ਜਾਂਦਾ ਹੈ, 80 ਤੇ ਵੀ ਵਗ ਜਾਂਦਾ ਹੈ, 65 ਤੇ ਵੀ ਰਹਿ ਜਾਂਦਾ ਹੈ, ਠੀਕ ਹੈ। ਅਲੱਗ-ਅਲੱਗ ਜਿਹੜਾ ਹੈਗਾ ਡਾਲਰ ਦਾ ਰੇਟ ਵੱਧਦਾ ਘਟਦਾ ਰਹਿੰਦਾ ਹੈਗਾ। ਇਕੋਨਮੀ ਕਿਹੜੀਆਂ ਚੀਜ਼ਾਂ ਦੇ ਉੱਤੇ ਨਿਰਭਰ ਕਰਦੀ ਹੈ ਸਭ ਤੋਂ ਜ਼ਿਆਦਾ? ਤਾਂ ਉਹ ਦੇਖ ਲੈਂਦੇ ਆ। ਸਭ ਤੋਂ ਜ਼ਿਆਦਾ ਜਿਹੜੀ ਇਕੋਨਮੀ ਹੈ ਕਿਹੜੇ ਸੈਕਟਰ ਦੇ ਵਿੱਚ ਜਾਂ ਕਿਹੜੀਆਂ ਚੀਜ਼ਾਂ ਦੇ ਉੱਤੇ ਨਿਰਭਰ ਕਰਦੀ ਹੈ? ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਐਜੂਕੇਸ਼ਨ। ਜਿੰਨੀ ਸਿੱਖਿਆ ਜਿੰਨੀ ਵਧੀਆ ਹੋਵੇਗੀ, ਇਕੋਨਮੀ ਉਨੀ ਹੀ ਵਾਧਾ ਹੋਵੇਗਾ ਇਕੋਨਮੀ ਦੇ ਵਿੱਚ। ਜਿਹੜੀ ਆਰਥਿਕ ਵਿਵਸਥਾ ਹੈ ਭਾਰਤ ਦੀ, ਜੇਕਰ ਇੱਕ ਭਾਰਤ ਦੇ ਵਿੱਚ ਚੰਗੀ ਸਿੱਖਿਆ ਦਿੱਤੀ ਜਾਵੇ, ਚੰਗੀ ਸਿੱਖਿਆ ਪ੍ਰੋਵਾਈਡ ਕੀਤੀ ਜਾਵੇ ਬੱਚਿਆਂ ਨੂੰ, ਤਾਂ ਭਾਰਤ ਦੀ ਜਿਹੜੀ ਇਕੋਨਮੀ ਹੈ ਉਹ ਵੀ ਵਧੇਗੀ। ਦੂਸਰੀ ਗੱਲ ਕਰਦੇ ਹਾਂ ਪੋਲੀਟੀਕਲ। ਦੇਸ਼ ਦੇ ਵਿੱਚ ਜੇਕਰ ਰਾਜਨੀਤੀ ਚੰਗੀ ਹੋਵੇ, ਚੰਗੇ ਲੀਡਰ ਪੈਦਾ ਹੋਣ,
ਤਾਂ ਉਹ ਵੀ ਕੀ ਕਰ ਸਕਦੇ ਆ, ਇਕਨੋਮੀ ਨੂੰ ਵਧਾ ਸਕਦੇ ਆ। ਪਰ ਮਾੜੀ ਹਾਲਤ ਪੰਜਾਬ ਦੀ ਇਹ ਹੈ, ਪੰਜਾਬ ਦੀ ਆਪਾਂ ਗੱਲ ਕਰ ਰਹੇ ਹਾਂ, ਚੰਗਾ ਲੀਡਰ ਅੱਜ ਤੱਕ ਕੋਈ ਨਹੀਂ ਆਇਆ। ਠੀਕ ਹੈ ਜੀ, ਚੰਗੇ ਲੀਡਰ ਲੈ ਕੇ ਆਓ ਤਾਂ ਜੋ ਕੀ ਆ ਆਪਣੇ ਪੰਜਾਬ ਦੀ, ਆਪਣੇ ਇੰਡੀਆ ਦੀ ਜਿਹੜੀ ਹੈਗੀ ਆ ਇਕਨੋਮੀ ਨੂੰ ਵਧਾ ਸਕਣ। ਉਸ ਤੋਂ ਬਾਅਦ ਗੱਲ ਕਰਦੇ ਆ ਸੋਸ਼ਲ ਆਰਗੇਨਾਈਜੇਸ਼ਨ ਦੀ। ਸਮਾਜਿਕ ਸੰਗਠਨ ਜਿਹੜੇ ਹੁੰਦੇ ਆ ਉਹਨਾਂ ਦੇ ਉੱਤੇ ਵੀ ਨਿਰਭਰ ਕਰਦੀ ਹੈ, ਜਿਹੜੀ ਨਿਰਭਰ ਕਰਦੀ ਹੈ ਇਕਨੋਮੀਜ਼। ਆਰਥਿਕ ਵਿਵਸਥਾ ਜਿਹੜੀ ਹੈਗੀ ਹੈ ਇਹ ਸਮਾਜਿਕ ਸੰਗਠਨਾਂ ਦੇ ਉੱਪਰ ਵੀ ਨਿਰਭਰ ਕਰਦੀ ਹੈ। ਲੀਗਲ ਸਿਸਟਮ, ਭਾਰਤ ਦੇ ਵਿੱਚ ਕਾਨੂੰਨੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ ਆਪਣੀ ਜਿਹੜੀ ਹੈਗੀ ਹੈ ਇਕਨੋਮੀ ਜਾਂ ਅਰਥ ਵਿਵਸਥਾ। ਕਿਵੇਂ ਨਿਰਭਰ ਕਰਦੀ ਹੈ? ਦੇਖੋ, ਜੇਕਰ ਕਈ ਇੱਦਾਂ ਦਾ ਵੀ ਸਿਸਟਮ ਹੁੰਦਾ ਵੀ ਗਲਤ ਬੰਦੇ ਨੂੰ, ਠੀਕ ਹੈ, ਅਰੈਸਟ ਕਰ ਲਿਆ ਜਾਂਦਾ ਤਾਂ ਗਲਤ ਬੰਦੇ ਨੂੰ ਸਜ਼ਾ ਦੇ ਦਿੱਤੀ ਜਾਂਦੀ ਹੈ। ਕਹਿਣ ਦਾ ਮਤਲਬ ਕੀ ਹੈ, ਜੇਕਰ ਸਹੀ ਬੰਦਾ ਉਹਦੇ ਨਾਲ ਨਿਆਂ ਹੋਵੇ ਅਤੇ ਜੇਕਰ ਬੰਦਾ ਗੁਨਾਹਗਾਰ ਹੈ ਉਹਨੂੰ ਕੀ ਕੀਤਾ, ਪਨਿਸ਼ਮੈਂਟ ਦਿੱਤੀ ਜਾਵੇ। ਅਤੇ ਜਿਹੜਾ ਆਪਣਾ ਇੰਡੀਆ ਦਾ ਲੀਗਲ ਸਿਸਟਮ ਹੈ ਉਹਦੇ ਕਾਰਨ ਵੀ ਕੀ ਕੀਤਾ ਹੁੰਦਾ ਹੈਗਾ ਅਰਥ ਵਿਵਸਥਾ ਦੇ ਵਿੱਚ ਜਿਹੜੀ ਹੈਗੀ ਆ ਵਧਾਈ ਜਾ ਸਕਦੀ ਹੈ। ਉਸ ਤੋਂ ਬਾਅਦ ਹੈ ਕਿ ਇਨਫਰਾਸਟਰਕਚਰ ਜਿਵੇਂ ਬਿਜਲੀ, ਪਾਣੀ, ਇੰਟਰਨੈਟ ਆਦਿ ਜਿਹੜੀਆਂ ਸੁਵਿਧਾਵਾਂ ਪ੍ਰਦਾਨ ਕਰ ਸਕਦੀ ਹੈ ਸਰਕਾਰ, ਉਹਨਾਂ ਦੇ ਉੱਪਰ ਵੀ ਬਹੁਤ ਸਾਰਾ ਨਿਰਭਰ ਕਰਦੀ ਹੈ ਆਪਣੀ ਇਕਨੋਮੀ ਜਾਂ ਅਰਥ ਵਿਵਸਥਾ। ਟਾਈਪ ਆਫ ਇਕਨੋਮੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ? ਗ੍ਰੀਨ ਇਕਨੋਮੀ ਵੀ ਹੁੰਦੀ ਹੈ ਜਿੱਥੇ ਹਰਿਆਲੀ ਵਾਲਾ ਸਿਸਟਮ, ਜਿਵੇਂ ਬ੍ਰਾਜ਼ੀਲ ਬੋਲਿਆ ਜਾਂਦਾ ਨਾ, ਸਭ ਤੋਂ ਜ਼ਿਆਦਾ ਜਿਹੜਾ ਹਰਿਆਲੀ ਵਾਲਾ ਸਿਸਟਮ ਹੈਗਾ ਉਹ ਸਭ ਤੋਂ ਜ਼ਿਆਦਾ ਕਿੱਥੇ ਪਾਇਆ ਜਾਂਦਾ ਤਾਂ ਉਹ ਬ੍ਰਾਜ਼ੀਲ ਦੇ ਜੰਗਲਾਂ ਦੇ ਵਿੱਚ ਪਾਇਆ ਜਾਂਦਾ ਗਾ। ਬ੍ਰਾਜ਼ੀਲ ਦੇ ਜੰਗਲਾਂ ਨੂੰ, ਠੀਕ ਹੈ, ਵਿਸ਼ਵ ਦੇ ਫੇਫੜਿਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ ਕਿਉਂਕਿ ਸਭ ਤੋਂ ਜ਼ਿਆਦਾ ਆਕਸੀਜਨ ਜਿਹੜੀ ਹੈਗੀ ਹੈ ਉੱਥੇ ਪੈਦਾਵਾਰ ਕੀਤੀ ਜਾਂਦੀ ਹੈ। ਤਾਂ ਤੁਸੀਂ ਜ਼ਰੂਰ ਯਾਦ ਰੱਖਿਓ ਕਿ ਟਾਈਪ ਆਫ ਇਕਨੋਮੀ 4 ਤਰ੍ਹਾਂ ਦੀ ਹੁੰਦੀ ਹੈ। ਸਭ ਤੋਂ ਪਹਿਲਾਂ ਜੀ ਟਰੈਡੀਸ਼ਨਲ ਇਕਨੋਮੀ, ਦੂਸਰੀ ਹੈ ਕਮਾਂਡਡ ਇਕਨੋਮੀ, ਤੀਸਰੀ ਹੈ ਮਿਕਸਡ ਇਕਨੋਮੀ ਅਤੇ ਚੌਥੀ ਜਿਹੜੀ ਹੈਗੀ ਹੈ ਆਪਣੀ ਜਿਹੜੀ ਹੈਗੀ ਆ ਗ੍ਰੀਨ ਇਕਨੋਮੀ। ਮੈਂ ਤੁਹਾਨੂੰ ਪਹਿਲਾਂ ਗ੍ਰੀਨ ਬਾਰੇ ਦੱਸ ਦਿੰਦਾ। ਗ੍ਰੀਨ ਇਕਨੋਮੀ ਉਹ ਹੁੰਦੀ ਹੈ ਜਿੱਥੇ ਹਰਿਆਲੀ ਵਾਲਾ ਖੇਤਰ ਜ਼ਿਆਦਾ ਹੋਵੇ। ਠੀਕ ਹੈ ਜੀ, ਜਿਵੇਂ ਬ੍ਰਾਜ਼ੀਲ ਦੇ ਇੱਕ ਦੇਸ਼ ਹੈ, ਬ੍ਰਾਜ਼ੀਲ ਦੇ ਵਿੱਚ ਸਭ ਤੋਂ ਜ਼ਿਆਦਾ ਕੀ ਪਾਏ ਜਾਂਦੇ ਆ? ਜੰਗਲ ਪਾਏ ਜਾਂਦੇ ਆ, ਹਰੇ ਭਰੇ ਦਰਖਤ ਜਿਹੜੇ ਹੈਗੇ ਆ ਉੱਥੇ ਪਾਏ ਜਾਂਦੇ ਆ। ਅਤੇ ਬ੍ਰਾਜ਼ੀਲ ਨੂੰ ਵਿਸ਼ਵ ਦੇ ਫੇਫੜਿਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ। ਸਭ ਤੋਂ ਜ਼ਿਆਦਾ ਜੰਗਲ ਜਿਹੜੇ ਹੈਗੇ ਆ ਬ੍ਰਾਜ਼ੀਲ ਦੇ ਐਮਾਜ਼ੋਨ ਜਿਹੜੇ ਹੈਗੇ ਉੱਥੇ ਜੰਗਲ ਦਾ ਨਾਮ ਹੈ ਐਮਾਜ਼ੋਨ। ਰਿਵਰ ਵੀ ਉੱਥੋਂ ਦੀ ਨਿਕਲਦੀ ਹੈ ਅਤੇ ਐਮਾਜ਼ੋਨ ਜਿਹੜੇ ਹੈਗੇ ਜਿਹੜੇ ਹੈਗੇ ਆ ਫੋਰੈਸਟ ਉੱਥੇ ਜਿਹੜਾ ਪਾਇਆ ਜਾਂਦਾ ਹੈਗਾ ਬ੍ਰਾਜ਼ੀਲ ਦੇ ਵਿੱਚ ਪਾਇਆ ਜਾਂਦਾ ਹੈਗਾ। ਅੱਗੇ ਕੀ ਹੈ ਕਿ ਟਰਡੀਸ਼ਨਲ ਇਕਨੋਮੀ। ਆਪਾਂ ਟਰਡੀਸ਼ਨਲ ਇਕਨੋਮੀ ਬਾਰੇ ਗੱਲ ਕਰਦੇ ਹਾਂ। ਇੱਦਾਂ ਦੇ ਦੇਸ਼ ਜੋ ਜਿੰਨਾ ਕਮਾਉਂਦੇ ਨੇ ਉਨਾ ਹੀ ਆਪਣੇ ਉੱਪਰ ਖਰਚ ਕਰ ਦਿੰਦੇ ਨੇ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ? ਟਰਡੀਸ਼ਨਲ ਇਕਨੋਮੀ ਕਿਹਾ ਜਾਂਦਾ। ਕਹਿਣ ਦਾ ਮਤਲਬ ਕੀ ਹੈ? ਇੱਦਾਂ ਦੇ ਦੇਸ਼ ਜਿਵੇਂ ਬ੍ਰਾਜ਼ੀਲ, ਮੈਂ ਇੱਥੇ ਦੱਸਿਆ ਭੂਟਾਨ, ਜਿਵੇਂ ਮੈਂ ਦੱਸਿਆ ਹੈ ਭੂਟਾਨ ਇੱਕ ਇੱਦਾਂ ਦਾ ਦੇਸ਼ ਹੈ ਜਿੰਨਾ ਆਪਣੇ ਦੇਸ਼ ਦੇ ਵਿੱਚ ਕਮਾਉਂਦਾ ਹੈਗਾ ਜਾਂ ਜਿੰਨੀ ਇਨਕਮ ਆਪਣੇ ਦੇਸ਼ ਦੇ ਵਿੱਚੋਂ ਪੈਦਾ ਕਰਦਾ ਹੈ ਉਹ ਸਾਰੀ ਕੀ ਕਰ ਦਿੰਦਾ ਹੈਗਾ? ਆਪਣੇ ਉੱਪਰ ਖਰਚ ਕਰ ਦਿੰਦਾ ਹੈਗਾ। ਉਹਨਾਂ ਨੂੰ ਕੀ ਕਹਿੰਦੇ ਆ? ਟਰਡੀਸ਼ਨਲ ਇਕਨੋਮੀ। ਜਿਹੜੀਆਂ ਚੀਜ਼ਾਂ ਜਿੰਨੀ ਪੈਦਾਵਾਰ ਕਰਨ ਉਨੀ ਪੈਦਾਵਾਰ ਨੂੰ ਆਪਣੇ ਦੇ ਉੱਪਰ ਖਰਚ ਕਰਦੇ ਨੇ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ? ਟਰਡੀਸ਼ਨਲ ਇਕਨੋਮੀ ਕਿਹਾ ਜਾਂਦਾ ਉਹਨਾਂ ਨੂੰ। ਦੂਸਰਾ ਨੰਬਰ 'ਤੇ ਜਿਹੜੀ ਆਉਂਦੀ ਹੈ ਕਮਾਂਡਡ ਇਕਨੋਮੀ। ਕਮਾਂਡਡ ਇਕਨੋਮੀ ਕੀ ਹੁੰਦੀ ਹੈ? ਕਮਾਂਡਡ ਇਕਨੋਮੀ ਹੁੰਦੀ ਹੈ ਜਿੱਥੇ ਸਰਕਾਰ ਕੰਟਰੋਲ ਕਰੇ, ਜਿਵੇਂ ਮਾਲ ਤਿਆਰ ਕਰਨਾ, ਉਹਨੂੰ ਵੇਚਣ ਖਰੀਦਣ ਦਾ ਕੰਮ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਰਕਾਰ ਦੇਖਦੀ ਹੈ, ਤਾਂ ਉਹ ਉੱਥੋਂ ਦੀ ਗੌਰਮੈਂਟ ਦੇਖਦੀ ਹੈ। ਜਿਵੇਂ ਐਗਜ਼ਾਮਪਲ ਤੌਰ 'ਤੇ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਕਿ ਐਗਜ਼ਾਮਪਲ ਤੌਰ 'ਤੇ ਕੀ ਹੈ? ਚਾਈਨਾ ਇੱਕ ਇੱਦਾਂ ਦਾ ਦੇਸ਼ ਹੈ, ਮਾਲ ਨੂੰ ਤਿਆਰ ਕਰਦਾ ਹੈ, ਮਾਲ ਨੂੰ ਕੀ ਕਰਦਾ ਹੈਗਾ? ਇੰਪੋਰਟ ਕਰ ਦਿੰਦਾ ਹੈਗਾ, ਵੇਚ ਦਿੰਦਾ ਹੈਗਾ। ਠੀਕ ਹੈ ਜੀ, ਤਾਂ ਉਹ ਸਾਰੀਆਂ ਚੀਜ਼ਾਂ ਕਾਹਦੇ 'ਚ ਆਉਣਗੀਆਂ? ਕਮਾਂਡਡ ਇਕਨੋਮੀ ਦੇ ਵਿੱਚ ਆਉਣਗੀਆਂ। ਤੀਸਰੀ ਜਿਹੜੀ ਰਹਿ ਜਾਂਦੀ ਆਪਣੀ ਮਿਕਸਡ ਇਕਨੋਮੀ। ਦੇਖੋ, ਮਾਲ ਜਿਹੜਾ ਹੈਗਾ ਸਰਕਾਰ ਦੁਆਰਾ ਜਾਂ ਕਿਸੇ ਕੰਪਨੀਆਂ ਦੁਆਰਾ ਤਿਆਰ ਕੀਤਾ, ਉਸ ਮਾਲ ਨੂੰ ਕਿਸੇ ਪ੍ਰਾਈਵੇਟ ਕੰਪਨੀ ਦੁਆਰਾ ਕੀ ਕੀਤਾ ਜਾਂਦਾ ਹੈ ਜਾਂ ਸਰਕਾਰ ਦੁਆਰਾ ਮਿਲ ਕੇ ਉਸ ਮਾਲ ਨੂੰ ਵੇਚ ਦਿੱਤਾ ਜਾਂਦਾ ਹੈਗਾ, ਜਿਸ ਨੂੰ ਕੀ ਕਿਹਾ ਜਾਂਦਾ ਹੈਗਾ? ਮਿਕਸਡ ਇਕਨੋਮੀ। ਇਹ ਦੇਖੋ ਗੱਲ ਕੀ ਹੈ ਕਿ ਇੱਥੇ ਕੀ ਹੈ? ਮਾਲ ਨੂੰ ਤਿਆਰ ਕੀਤਾ, ਕੋਈ ਵੀ ਮਾਲ ਤਿਆਰ ਕੀਤਾ, ਉਸ ਨੂੰ ਵੇਚੂ ਕਿਹੜਾ? ਠੀਕ ਹੈ, ਪ੍ਰਾਈਵੇਟ ਕੰਪਨੀਆਂ ਜਾਂ ਸਰਕਾਰ ਮਿਲ ਕੇ ਉਹਨੂੰ ਕੀ ਕਰ ਦਿੰਦੀ ਹੈ? ਮਾਰਕੀਟ ਦੇ ਵਿੱਚ ਵੇਚ ਦਿੰਦੀ ਹੈ। ਉਹਨੂੰ ਕੀ ਕਿਹਾ ਜਾਂਦਾ ਹੈਗਾ?
ਮਿਕਸਡ ਇਕੋਨਮੀ ਕਿਹਾ ਜਾਂਦਾ ਹੈਗਾ। ਇਹ ਸਾਰੀਆਂ ਚੀਜ਼ਾਂ ਆਪਾਂ ਅੱਗੇ ਵੀ ਗੱਲ ਕਰਾਂਗੇ, ਠੀਕ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਕਿਵੇਂ ਕਿਵੇਂ ਵਿਕਣਗੀਆਂ ਜਾਂ ਕਿਵੇਂ ਕਿਵੇਂ ਪੈਸਾ ਜਿਹੜਾ ਇਨਵੈਸਟਮੈਂਟ ਹੋਊਗਾ ਜਾਂ ਇਨਕਮ ਹੋਊਗੀ, ਅੱਗੇ ਆਪਾਂ ਅਗਲੇ ਲੈਕਚਰ ਦੇ ਇਸੇ ਲੈਕਚਰ ਦੇ ਵਿੱਚ ਅੱਗੇ ਆਪਾਂ ਡਿਸਕਸ ਕਰਾਂਗੇ। ਅੱਗੇ ਕੀ ਹੈ, ਕਨਸੈਪਟ ਆਫ ਇਕੋਨਮੀ। ਕਿਹੜੇ ਕਿਹੜੇ ਕਨਸੈਪਟ ਨੇ ਇਕੋਨਮੀ ਦੇ? ਮੇਨਕਲੀ ਜਿਹੜੇ ਹੈਗੇ ਨੇ 3 ਕਨਸੈਪਟ ਨੇ। ਇਕੋਨਮੀ ਗਰੋਥ, ਪੈਸਾ ਕਿਵੇਂ ਕਮਾਇਆ ਜਾਵੇ, ਆਰਥਿਕ ਵਾਧਾ ਕਿਵੇਂ ਹੁੰਦਾ ਗਾ, ਭਾਰਤ ਦੀ ਇਕੋਨਮੀ ਕਿਵੇਂ ਵਧੇ, ਐਕਸਪੋਰਟ ਵਧਾ ਸਕਦੇ ਹਾਂ, ਵਿਦੇਸ਼ੀ ਪੂੰਜੀ ਵਿੱਚ ਵਾਧਾ ਕਰ ਸਕਦੇ ਹਾਂ, ਉਹ ਚੀਜ਼ਾਂ ਜਿਹੜੀਆਂ ਆਪਣੇ ਦੇਸ਼ ਤੋਂ ਕਿਸੇ ਦੂਸਰੇ ਦੇਸ਼ ਦੇ ਵਿੱਚ ਆਪਾਂ ਭੇਜ ਸਕੀਏ ਜਾਂ ਦੂਸਰੇ ਦੇਸ਼ ਆਪਣੇ ਤੋਂ ਉਹ ਚੀਜ਼ਾਂ ਨੂੰ ਖਰੀਦ ਸਕਣ, ਠੀਕ ਹੈ, ਤਾਂ ਉਹਨੂੰ ਕੀ ਕਿਹਾ ਜਾਂਦਾ ਹੈਗਾ, ਐਕਸਪੋਰਟ ਸਿਸਟਮ। ਵਿਦੇਸ਼ੀ ਪੂੰਜੀ ਜਿਹੜਾ ਹੈਗਾ, ਲੋਕ ਕੀ ਹੈ, ਫੋਰਨ ਦੇ ਲੋਕ ਇੰਡੀਆ ਦੇ ਵਿੱਚ ਟੂਰਿਜ਼ਮ ਦੇ ਵਿੱਚ ਆਉਣ, ਇੱਥੇ ਕੀ ਹੈ ਘੁੰਮਣ ਫਿਰਨ ਆਉਣ, ਉਹਨੂੰ ਕੀ ਕਿਹਾ ਜਾਂਦਾ ਹੈਗਾ, ਵਿਦੇਸ਼ੀ ਪੂੰਜੀ। ਜਿਹੜੀਆਂ ਚੀਜ਼ਾਂ ਕਿਸੇ ਦੂਸਰੇ ਦੇਸ਼ ਆਪਣੇ ਤੋਂ ਖਰੀਦ ਰਿਹਾ ਗਾ, ਉਹਨੂੰ ਕੀ ਕਰ ਸਕਦੇ ਆ, ਆਰਥਿਕ ਵਾਧਾ, ਜਿਸ ਕਰਕੇ ਪੈਸਾ ਭਾਰਤ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਆਉਂਦਾ, ਉਹਨੂੰ ਇਕੋਨਮੀ ਗਰੋਥ ਕਿਹਾ ਜਾਂਦਾ ਹੈਗਾ। ਦੂਸਰਾ ਕੀ ਹੈ, ਇਕੋਨਮੀ ਡਿਵੈਲਪਮੈਂਟ, ਸਮਾਜ ਦਾ ਵਿਕਾਸ, ਮਤਲਬ ਕਿ ਸਮਾਜ ਦਾ ਵਿਕਾਸ ਕਿਵੇਂ ਕਰ ਸਕਦੇ ਆ, ਗਰੀਬੀ ਨੂੰ ਘਟਾ ਸਕਦੇ ਆ, ਸਿੱਖਿਆ ਨੂੰ ਵਧੀਆ ਤਰੀਕੇ ਦਾ ਵਧਾਉਣਾ ਜਾਂ ਸਿੱਖਿਆ ਦਾ ਵਧੀਆ ਤਰੀਕੇ ਨਾਲ ਵਿਕਾਸ ਕਰਨਾ, ਇਹ ਵੀ ਕੀ ਕਰ ਸਕਦਾ, ਇਕੋਨਮੀ ਨੂੰ ਵਧਾ ਸਕਦਾ ਜਾਂ ਇਕੋਨਮੀ ਦੇ ਵਿੱਚ ਵਿਕਾਸ ਜਾਂ ਵਿਕਾਸ ਕਰ ਸਕਦਾ ਇਕੋਨਮੀ ਦਾ। ਉਸ ਤੋਂ ਬਾਅਦ ਕੀ ਹੈ ਕਿ ਸਿਹਤ ਵਿੱਚ ਵਾਧਾ, ਸਿਹਤ ਸਹੂਲਤਾਂ ਜਿਹੜੀਆਂ ਚੰਗੀਆਂ ਦਿੱਤੀਆਂ ਜਾਣ, ਸਿਹਤ ਸਹੂਲਤਾਂ ਚੰਗੀਆਂ ਦਿੱਤੀਆਂ ਜਾਣਗੀਆਂ ਤਾਂ ਹੀ ਇਕੋਨਮੀ ਜਿਹੜੀ ਹੈਗੀ ਹੈ ਇੰਡੀਆ ਦੀ ਵਧੇਗੀ। ਬੇਰੁਜ਼ਗਾਰੀ ਜੇਕਰ ਘੱਟ ਹੋਵੇਗੀ ਤਾਂ ਹੀ ਜਿਹੜੀ ਹੈਗੀ ਆ ਗਰੋਥ ਹੋਵੇਗੀ ਜਾਂ ਡਿਵੈਲਪਮੈਂਟ ਹੋਵੇਗੀ ਇਕੋਨਮੀ ਦੀ। ਇਹ ਸਾਰੀਆਂ ਚੀਜ਼ਾਂ ਕਾਹਦੇ ਵਿੱਚ ਆਉਂਦੀਆਂ ਨੇ ਜੀ, ਇਕੋਨਮੀ ਡਿਵੈਲਪਮੈਂਟ ਦੇ ਵਿੱਚ ਆਉਂਦੀਆਂ ਨੇ। ਪਰ ਕੈਪੀਟਲ ਇਨਕਮ, ਪਰ ਕੈਪੀਟਲ ਇਨਕਮ ਦਾ ਮਤਲਬ ਕੀ ਹੈ ਕਿ ਪ੍ਰਤੀ ਵਿਅਕਤੀ ਆਈ ਕਿੰਨੇ, ਇੱਕ ਭਾਰਤ ਦੀ GDP ਜਿਹੜੀ ਹੈਗੀ ਆ, ਇੱਕ ਵਿਅਕਤੀ ਦੇ ਹਿੱਸੇ ਕਿੰਨਾ ਪੈਸਾ ਆ ਸਕਦਾ ਹੈਗਾ, ਉਹਨੂੰ ਕੀ ਕਿਹਾ ਜਾਂਦਾ ਹੈਗਾ, ਪਰ ਕੈਪੀਟਲ ਇਨਕਮ ਕਿਹਾ ਜਾਂਦਾ। ਇਹ ਸਾਰਾ ਚੈਪਟਰ ਅੱਗੇ ਜਿਹੜਾ ਹੈਗਾ ਐਕਸਪਲੇਨ ਦੁਬਾਰਾ ਹੋਵੇਗਾ। ਮੈਂ ਸਾਰੀਆਂ ਚੀਜ਼ਾਂ ਉਦੋਂ ਦੱਸੂਗਾ ਵੀ ਕਿੰਨੇ ਭਾਰਤ ਦੇ ਕਿੰਨੇ ਜਿੰਨੀ ਵੀ ਜਨਸੰਖਿਆ ਹੈ ਉਹਨੂੰ ਕਿੰਨੀ ਜਿਹੜੀ ਹੈਗੀ ਆ, ਇੱਕ ਵਿਅਕਤੀ ਨੂੰ ਕਿੰਨੇ ਡਾਲਰ ਜਿਹੜੇ ਹੈਗੇ ਆ ਪਰ ਕੈਪੀਟਲ ਦੇ ਹਿਸਾਬ ਨਾਲ ਆਉਣ, ਜੇ ਆਪਾਂ ਵੰਡਿਆ ਜਾਵੇ ਤਾਂ ਕਿੰਨੇ ਡਾਲਰ ਆਉਣਗੇ। ਅੱਗੇ ਜਿਹੜਾ ਹੈਗਾ ਜੀ ਆਪਣਾ ਸੈਕਟਰ ਆਫ ਇੰਡੀਅਨ ਇਕੋਨਮੀ। ਇੰਡੀਅਨ ਇਕੋਨਮੀ ਦੇ ਸੈਕਟਰ ਦੇ ਵਿੱਚ ਆਪਾਂ ਦੇਖਾਂਗੇ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ। 3 ਚੀਜ਼ਾਂ ਆਉਂਦੀਆਂ ਨੇ ਜੀ। ਸਭ ਤੋਂ ਪਹਿਲਾਂ ਪ੍ਰਾਇਮਰੀ ਸੈਕਟਰ, ਸੈਕੰਡਰੀ ਸੈਕਟਰ, ਉਸ ਤੋਂ ਬਾਅਦ ਹੈ ਟਰਸ਼ਰੀ ਸੈਕਟਰ। ਤਾਂ ਉਹ ਸਭ ਤੋਂ ਪਹਿਲਾਂ ਜਿਹੜਾ ਪ੍ਰਾਇਮਰੀ ਸੈਕਟਰ ਹੈ ਉਹਦੇ ਬਾਰੇ ਗੱਲ ਕਰਦੇ ਹਾਂ। ਜੋ ਚੀਜ਼ਾਂ ਧਰਤੀ ਵਿੱਚੋਂ ਨਿਕਲਦੀਆਂ ਨੇ ਜਾਂ ਧਰਤੀ ਤੋਂ ਪੈਦਾਵਾਰ ਹੁੰਦੀਆਂ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਗਾ, ਪ੍ਰਾਇਮਰੀ ਸੈਕਟਰ ਕਿਹਾ ਜਾਂਦਾ। ਬਸ ਯਾਦ ਰੱਖਣਾ 3 ਸੈਕਟਰ ਹੁੰਦੇ ਨੇ ਜੀ। ਸਭ ਤੋਂ ਪਹਿਲਾਂ ਜਿਹੜਾ ਪ੍ਰਾਇਮਰੀ ਸੈਕਟਰ ਹੈਗਾ, ਜੋ ਚੀਜ਼ਾਂ ਧਰਤੀ ਵਿੱਚੋਂ ਜਾਂ ਧਰਤੀ ਦੇ ਉੱਪਰੋਂ ਪੈਦਾਵਾਰ ਹੁੰਦੀਆਂ ਨੇ, ਜਿਵੇਂ ਖੇਤੀਬਾੜੀ ਹੋ ਗਿਆ, ਕੋਲਾ ਹੋ ਗਿਆ, ਪਾਣੀ ਹੋ ਗਿਆ, ਤੇਲ ਹੋ ਗਿਆ, ਲੋਹਾ ਹੋ ਗਿਆ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਕੀ ਹੁੰਦੀਆਂ ਨੇ, ਧਰਤੀ ਦੇ ਵਿੱਚੋਂ ਜਾਂ ਧਰਤੀ ਦੇ ਉੱਪਰੋਂ ਪੈਦਾਵਾਰ ਕਰਦੀਆਂ ਨੇ, ਠੀਕ ਹੈ ਨਾ ਜੀ। ਤਾਂ ਇਹਨੂੰ ਕੀ ਕਿਹਾ ਜਾਂਦਾ ਗਾ, ਪ੍ਰਾਇਮਰੀ ਸੈਕਟਰ ਕਿਹਾ ਜਾਂਦਾ ਗਾ। ਭਾਰਤ ਵਿੱਚ 50% ਜਿਹੜੇ ਕੰਮ ਹੈਗੇ ਆ ਪ੍ਰਾਇਮਰੀ ਸੈਕਟਰ ਦੇ ਵਿੱਚੋਂ ਹੀ ਪੈਦਾ ਹੁੰਦੇ ਨੇ। ਅਤੇ ਭਾਰਤ ਦੀ ਜਿਹੜੀ GDP ਹੈ ਉਹ 16% ਜਿਹੜੀ GDP ਹੈ ਭਾਰਤ ਦੇ ਪ੍ਰਾਇਮਰੀ ਸੈਕਟਰ ਤੋਂ ਆਉਂਦੀ ਹੈ। ਇਹ ਜ਼ਰੂਰ ਯਾਦ ਰੱਖਣਾ ਕਿ ਭਾਰਤ ਵਿੱਚ 50% ਜਿਹੜੇ ਕੰਮ ਨੇ ਉਹ ਜਿਹੜੇ ਹੈਗੇ ਆ ਪ੍ਰਾਇਮਰੀ ਸੈਕਟਰ ਦੇ ਵਿੱਚੋਂ ਇਨਕਮ ਕੀਤੀ ਜਾਂਦੀ ਹੈ, ਪ੍ਰਾਇਮਰੀ ਸੈਕਟਰ ਦੇ ਵਿੱਚੋਂ ਪੈਦਾਵਾਰ ਕੀਤੀ ਜਾਂਦੀ ਹੈ। ਭਾਵੇਂ ਉਹ ਖੇਤੀਬਾੜੀ ਦੇ ਨਾਲ ਰਿਲੇਟਡ ਹੋਵੇ, ਭਾਵੇਂ ਉਹ ਕਿਸੇ ਆਇਲ ਦੇ ਨਾਲ ਰਿਲੇਟਡ ਹੋਵੇ, ਭਾਵੇਂ ਉਹ ਕਿਸੇ ਲੋਹੇ ਦੇ ਨਾਲ ਰਿਲੇਟਡ ਹੋਵੇ। ਜੋ ਚੀਜ਼ਾਂ ਧਰਤੀ ਦੇ ਵਿੱਚੋਂ ਉਪਜਾਊ ਕੀਤੀਆਂ ਜਾਂਦੀਆਂ ਨੇ ਉਹ ਸਾਰੀਆਂ ਚੀਜ਼ਾਂ ਪ੍ਰਾਇਮਰੀ ਸੈਕਟਰ ਦੇ ਵਿੱਚ ਆਉਂਦੀਆਂ ਨੇ। ਤਾਂ ਇਹ ਜ਼ਰੂਰ ਯਾਦ ਰੱਖਿਓ ਕਿ 50% ਪ੍ਰਾਇਮਰੀ ਸੈਕਟਰ ਤੋਂ ਜਿਹੜੇ ਹੈਗੇ 50% ਕੰਮ ਕਰਦੇ ਨੇ ਲੋਕ, 50% ਜਿਹੜੇ ਹੈਗੇ ਆ ਭਾਰਤ ਦੇ ਉਹ ਧਰਤੀ ਦੇ ਉੱਪਰ ਪੈਦਾਵਾਰ ਕਰਨ ਦੇ ਵਿੱਚ ਕੰਮ ਕਰਦੇ ਨੇ। ਅਤੇ ਭਾਰਤ ਦੀ GDP ਜਿਹੜੀ ਹੈਗੀ ਹੈ ਪ੍ਰਾਇਮਰੀ ਸੈਕਟਰ ਦੇ ਵਿੱਚੋਂ 16% ਪੈਦਾਵਾਰ ਕਰਦੀ ਹੈ ਭਾਰਤ ਦੀ GDP। ਅੱਗੇ ਆ ਜਾਂਦਾ ਸੈਕੰਡਰੀ ਸੈਕਟਰ। ਇਹ ਭਾਰਤ ਦਾ ਉਦਯੋਗਿਕ ਇੰਡਸਟਰੀਅਲ ਚੀਜ਼ਾਂ ਹੁੰਦੀਆਂ ਨੇ, ਜਿਹੜੀਆਂ ਕਹਿਣ ਦਾ ਮਤਲਬ ਕੀ ਹੈ, ਜਿੰਨੀਆਂ ਚੀਜ਼ਾਂ ਧਰਤੀ ਦੇ ਵਿੱਚੋਂ ਪੈਦਾਵਾਰ ਕੀਤੀਆਂ, ਠੀਕ ਹੈ, ਉਹਨਾਂ ਨੂੰ ਕਿਸ ਹਿਸਾਬ ਨਾਲ ਵਰਤਣਾ ਹੈ ਉਹ ਕੌਣ ਤੈਅ ਕਰੇਗਾ, ਭਾਰਤ ਦਾ ਸੈਕੰਡਰੀ ਇਕੋਨਮੀ ਦਾ ਸੈਕੰਡਰੀ ਸੈਕਟਰ ਤੈਅ ਕਰੇਗਾ। ਜਿੰਨੀਆਂ ਚੀਜ਼ਾਂ ਧਰਤੀ ਵਿੱਚੋਂ ਪ੍ਰਾਪਤ ਹੁੰਦੀਆਂ ਹਨ ਉਹਨਾਂ ਨੂੰ ਵਰਤਣਾ ਸੈਕੰਡਰੀ ਸੈਕਟਰ ਕਿਹਾ ਜਾਂਦਾ ਹੈਗਾ।
ਇਸ ਦੇ ਵਿੱਚ ਭਾਰਤ ਦੇ 26% ਲੋਕ ਕੰਮ ਕਰਦੇ ਨੇ, ਤੇ ਭਾਰਤ ਦੇ ਜਿਹੜੀ ਹੈਗੀ ਆ GDP ਦਾ ਜਿਹੜਾ 28% ਇਹਦੇ ਵਿੱਚੋਂ ਭਾਰਤ ਦੀ GDP ਨੂੰ ਆਉਂਦੇ ਆ। ਤਾਂ ਜ਼ਰੂਰ ਯਾਦ ਰੱਖਣਾ। ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੀਆਂ ਚੀਜ਼ਾਂ ਪ੍ਰਾਇਮਰੀ ਸੈਕਟਰ ਵਿੱਚੋਂ ਤੁਸੀਂ ਪੈਦਾਵਾਰ ਕਰਨੀਆਂ ਉਹਨਾਂ ਨੂੰ ਕਿਵੇਂ ਵਰਤਿਆ ਜਾਣਾ ਹੈ ਉਹ ਕੌਣ ਦੇਖੇਗਾ? ਸੈਕੰਡਰੀ ਸੈਕਟਰ ਦੇਖੇਗਾ। ਮੈਂ ਪੰਜਾਬੀ ਦੇ ਵਿੱਚ ਬਹੁਤ ਆਸਾਨ ਤਰੀਕੇ ਨਾਲ ਦੱਸ ਰਿਹਾ ਤੇ ਆਸਾਨ ਤਰੀਕੇ ਨਾਲ ਤੁਹਾਨੂੰ ਨੋਟਸ ਪ੍ਰੋਵਾਈਡ ਕਰਵਾ ਰਿਹਾਗਾ, ਤਾਂ ਜ਼ਰੂਰ ਯਾਦ ਕਰ ਲਿਓ, ਕਿਉਂਕਿ ਆਹ ਸਾਰੀਆਂ ਚੀਜ਼ਾਂ GDP ਇਹੀ ਪੁੱਛੀਆਂ ਜਾਂਦੀਆਂ ਨੇ ਸਾਰੀਆਂ ਚੀਜ਼ਾਂ ਇਕਨੋਮੀ ਦੇ ਵਿੱਚ। ਤਾਂ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਧਰਤੀ ਵਿੱਚੋਂ ਪੈਦਾਵਾਰ ਹੋਣਗੀਆਂ ਸੈਕੰਡਰੀ ਸੈਕਟਰ ਦੇ ਵਿੱਚ ਵਰਤੀਆਂ ਜਾਣਗੀਆਂ। ਇੱਥੇ ਵੀ ਜ਼ਿਆਦਾ ਇਨਕਮ ਜਿਹੜੀ ਹੈਗੀ ਆ ਇੰਡੀਆ ਨੂੰ ਨਹੀਂ ਹੁੰਦੀ ਜਿਹੜੇ ਬੰਦਿਆਂ ਨੂੰ, ਤਾਂ ਸਭ ਤੋਂ ਜ਼ਿਆਦਾ ਜਿਹੜੀ ਇਨਕਮ ਹੁੰਦੀ ਹੈ ਟੈਰੀਟਰੀ ਦੀ ਸੈਕਟਰ ਦੇ ਵਿੱਚ ਹੁੰਦੀ ਹੈ। ਜਿਵੇਂ ਕਿ ਇਹ ਚੀਜ਼ਾਂ ਨੂੰ ਬਣਾਇਆ ਇਹਨਾਂ ਨੇ ਸੈਕੰਡਰੀ ਸੈਕਟਰ ਦੇ ਵਿੱਚ ਵਰਤਿਆ, ਸੈਕੰਡਰੀ ਸੈਕਟਰ ਨੇ ਕੀ ਕੀਤਾ ਅੱਗੇ ਟੈਰੀਟਰੀ ਸੈਕਟਰ ਨੂੰ ਦੇ ਦਿੱਤਾ। ਜਿਵੇਂ ਇੱਥੇ ਕੀ ਸੀਗਾ ਵਰਤਣ ਲਈ ਅੱਗੇ ਭੇਜ ਦਿੱਤਾ ਜਾਂਦਾ ਹੈ, ਸ਼ੋਅਰੂਮ ਓਪਨ ਕਰ ਦਿੱਤੇ ਜਾਂਦੇ ਨੇ, ਲੋਕਾਂ ਨੂੰ ਸਰਵਿਸ ਪ੍ਰੋਵਾਈਡ ਕਰਦੇ ਨੇ। ਜਿੰਨੇ ਵੀ ਸ਼ੋਅਰੂਮ ਨੇ ਜਾਂ ਦੁਕਾਨਾਂ ਨੇ, ਜਿੰਨੀਆਂ ਵੀ ਇੰਡਸਟਰੀ ਦੇ ਵਿੱਚ ਜਿੱਥੋਂ ਤੁਸੀਂ ਚੀਜ਼ਾਂ ਨੂੰ ਪਰਚੇਜ ਕਰਦੇ ਹੋ ਖਰੀਦਦੇ ਹੋ ਉਹਨਾਂ ਨੂੰ ਸਭ ਤੋਂ ਵੱਧ ਜਿਹੜਾ ਹੈਗਾ ਮੁਨਾਫਾ ਉਹਨਾਂ ਬੰਦਿਆਂ ਨੂੰ ਹੁੰਦਾ ਹੈਗਾ। ਕਿਸਾਨ ਸਭ ਤੋਂ ਜ਼ਿਆਦਾ ਕੀ ਹੈ ਮੁਨਾਫਾ ਘੱਟ ਹੁੰਦਾ। ਉਸ ਤੋਂ ਬਾਅਦ ਸਰਕਾਰ ਜਿਹੜੀ ਹੈਗੀ ਆ ਉਸ ਚੀਜ਼ਾਂ ਨੂੰ ਵਰਤਦੀ ਕਿਵੇਂ ਆ, ਸਰਕਾਰ ਅੱਗੇ ਭੇਜ ਦਿੰਦੀ ਆ। ਤੇ ਸਭ ਤੋਂ ਵੱਧ ਜਿਹੜੇ ਲੋਕ ਉਹ ਹੁੰਦੇ ਨੇ ਜਿਹੜੇ ਦੁਕਾਨਾਂ ਦੇ ਉੱਪਰ ਬੈਠ ਕੇ ਜਿਹੜੇ ਹੈਗੇ ਕਮਾਈ ਕਰਦੇ ਨੇ ਸਭ ਤੋਂ ਵੱਧ। ਜਿਵੇਂ ਸ਼ੋਅਰੂਮ ਹੋ ਗਿਆ, ਜੋ ਲੋਕਾਂ ਨੂੰ ਸਰਵਿਸ ਪ੍ਰੋਵਾਈਡ ਕਰਦੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਜੋ ਲੋਕ ਜਿਹੜੇ ਇਨਸਾਨ ਲੋਕਾਂ ਨੂੰ ਸਰਵਿਸ ਪ੍ਰੋਵਾਈਡ ਕਰਦੇ ਨੇ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ ਸਭ ਤੋਂ ਵੱਧ ਕਮਾਈ ਆ। ਭਾਰਤ ਦੇ 32% ਲੋਕ ਕੰਮ ਕਰਦੇ ਨੇ ਜੀ ਇਸ ਦੇ ਵਿੱਚ, ਤਾਂ 32% ਲੋਕ ਕੰਮ ਕਰਦੇ ਨੇ। ਤੇ ਭਾਰਤ ਦੀ ਜਿਹੜੀ GDP ਹੈ ਉਹ ਵੀ ਕਿੰਨੇ ਪਰਸੈਂਟ ਜਾਂਦੀ ਆ ਭਾਰਤ ਨੂੰ? 32% GDP ਭਾਰਤ ਨੂੰ ਜਾਂਦੀ ਹੈ। ਦੇਖੋ ਇੱਥੇ ਕੀ ਆ 16% GDP ਭਾਰਤ ਨੂੰ ਜਾਂਦੀ ਆ, ਠੀਕ ਹੈ। ਇੱਥੇ ਕੀ ਆ 28% GDP ਜਿਹੜੀ ਹੈਗੀ ਆ ਇਹਦੇ ਵਿੱਚ ਸੈਕੰਡਰੀ ਦੇ ਵਿੱਚ ਹੁੰਦੀ ਆ। ਟੈਰੀਟਰੀ ਦੇ ਵਿੱਚ ਕਿੰਨੀ ਆ ਜਾਂਦੀ ਹੈਗੀ 32% GDP ਜਿਹੜੀ ਹੈਗੀ ਆ ਇਨਕਮ ਇਹਦੇ ਵਿੱਚੋਂ ਕੀਤੀ ਜਾਂਦੀ ਹੈ। ਤੇ ਇਹ ਜਿਹੜਾ ਹੈਗਾ ਸੀਗਾ ਆਪਣਾ ਸੈਕਟਰ ਆਫ ਇੰਡੀਅਨ ਇਕਨੋਮੀ ਦੇ ਸੀ। ਹੁਣ ਕੱਲਾ ਕੱਲਾ ਆਪਾਂ ਡਿਸਕਸ ਕਰ ਲੈਂਦੇ ਆ। ਸਭ ਤੋਂ ਪਹਿਲਾਂ ਪ੍ਰਾਇਮਰੀ ਸੈਕਟਰ ਨੂੰ ਐਗਰੀਕਲਚਰ ਸੈਕਟਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਨਾ ਉਲਝ ਜਿਓ ਵੀ ਐਗਰੀ ਕਰ ਆਇਆ ਤਾਂ ਪ੍ਰਾਇਮਰੀ ਸੀਗਾ ਪਰ ਆ ਗਿਆ ਐਗਰੀਕਲਚਰ, ਦੈਟ ਇਜ਼ ਸੇਮ। ਪ੍ਰਾਇਮਰੀ ਸੈਕਟਰ ਨੂੰ ਐਗਰੀਕਲਚਰ ਸੈਕਟਰ ਵੀ ਕਿਹਾ ਜਾਂਦਾ ਹੈਗਾ। ਐਗਰੀਕਲਚਰ ਖੇਤੀਬਾੜੀ ਦੀ ਪੈਦਾਵਾਰ ਭਾਰਤ ਜਿਹੜਾ ਹੈਗਾ ਦੂਜੇ ਸਥਾਨ ਤੇ, ਸਭ ਤੋਂ ਪਹਿਲੇ ਸਥਾਨ ਤੇ ਕਿਹੜਾ ਹੈਗਾ ਦੱਸੋ ਜੀ, ਕਿਹੜਾ ਜੀ? ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਸਭ ਤੋਂ ਪਹਿਲੇ ਸਥਾਨ ਦੇ ਉੱਪਰ ਖੇਤੀਬਾੜੀ ਦੀ ਪੈਦਾਵਾਰ ਦੇ ਵਿੱਚ ਕੌਣ ਹੈ, ਕਿਹੜਾ ਦੇਸ਼ ਸਭ ਤੋਂ ਪਹਿਲੇ ਨੰਬਰ ਤੇ ਹੈ ਦੱਸ ਦਿਓ। ਚਲੋ ਜੀ ਮੈਂ ਹੀ ਦੱਸ ਦਿੰਦਾ, ਚਾਈਨਾ ਹੈਗਾ। ਚਾਈਨਾ ਸਭ ਤੋਂ ਪਹਿਲੇ ਨੰਬਰ ਤੇ ਹੈ ਜੀ। ਦੂਸਰੇ ਨੰਬਰ ਤੇ ਕੀ ਹੈਗਾ? ਇੰਡੀਆ। ਖੇਤੀਬਾੜੀ ਦੀ ਪੈਦਾਵਾਰ ਦੇ ਵਿੱਚ ਭਾਰਤ ਦਾ ਕਿੰਨਾ ਸਥਾਨ ਆਉਂਦਾ ਹੈਗਾ? ਦੂਜਾ ਸਥਾਨ ਆਉਂਦਾ ਹੈਗਾ। ਭਾਰਤ ਦੀ ਅਰਧ ਵਿਵਸਥਾ ਦਾ ਲਗਭਗ 16% ਜਿਹੜੇ ਖੇਤੀ ਦੇ ਵਿੱਚ ਆਪਾਂ ਗੱਲ ਕੀਤੀ ਸੀ ਨਾ, ਖੇਤੀਬਾੜੀ ਦੇ ਵਿੱਚੋਂ ਕਿੰਨੇ ਪਰਸੈਂਟ ਜਿਹੜੀ ਅਰਧ ਵਿਵਸਥਾ ਲਗਭਗ ਹੁੰਦੀ ਹੈ ਇਨਕਮ ਹੁੰਦੀ ਹੈ 16% ਜਿਹੜੀ ਹੈਗੀ ਹੈ 16% ਇਹਦੇ ਹਿੱਸੇ ਆਉਂਦੀ ਹੈ। ਭਾਰਤ ਵਿੱਚ ਸਭ ਤੋਂ ਵੱਧ ਰੁਜ਼ਗਾਰ ਜਿਹੜਾ ਹੈਗਾ ਆਪਾਂ ਗੱਲ ਕੀਤੀ ਸੀਗੀ, ਸਭ ਤੋਂ ਵੱਧ ਰੁਜ਼ਗਾਰ ਦੀ 50% ਕੰਮ ਜਿਹੜਾ ਹੈਗਾ ਰੁਜ਼ਗਾਰ ਹੈ ਉਹ ਕਿਹਦੇ ਵਿੱਚ ਕੀਤਾ ਜਾਂਦਾ? ਖੇਤੀਬਾੜੀ ਰੁਜ਼ਗਾਰ ਦੇ ਵਿੱਚ ਕੀਤਾ ਜਾਂਦਾ ਹੈ। ਜਿਵੇਂ ਯੂਪੀ ਦੇ ਵਿੱਚ, ਪੰਜਾਬ ਦੇ ਵਿੱਚ, ਹਰਿਆਣਾ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਤੇਲੰਗਾਨਾ, ਬਿਹਾਰ, ਵੈਸਟ ਬੰਗਾਲ, ਗੁਜਰਾਤ ਅਤੇ ਮਹਾਰਾਸ਼ਟਰ, ਇਹਨਾਂ ਸਾਰਿਆਂ ਦੇ ਵਿੱਚ ਖੇਤੀ ਉਪਜਾਊ ਸੂਬੇ ਨੇ। ਸਭ ਤੋਂ ਵੱਧ ਇਹਨਾਂ ਦੇ ਵਿੱਚ ਕੀ ਕੀਤਾ ਜਾਂਦਾ ਹੈਗਾ? ਖੇਤੀਬਾੜੀ ਦਾ ਰੁਜ਼ਗਾਰ ਸਭ ਤੋਂ ਜ਼ਿਆਦਾ ਕੀਤਾ ਜਾਂਦਾ ਹੈਗਾ। ਉਸ ਤੋਂ ਬਾਅਦ ਕੀ ਹੈ? ਖੇਤੀਬਾੜੀ ਖੇਤਰ ਜਿਹੜਾ ਹੈਗਾ ਵਰਖਾ ਸਭ ਤੋਂ ਜ਼ਿਆਦਾ ਕੀ ਹੈ? ਵਰਖਾ ਦੇ ਉੱਪਰ ਨਿਰਭਰ ਕਰਦਾ। ਜੇ ਇੱਕ ਸਾਲ ਦੀ ਵਰਖਾ ਦੀ ਔਸਤ ਪੁੱਛੀ ਜਾਵੇ ਤਾਂ 1208 ਮਿਲੀਮੀਟਰ 1208 ਮਿਲੀਮੀਟਰ ਦੇ ਹਿਸਾਬ ਨਾਲ ਜਿਹੜੀ ਹੈਗੀ ਆ ਵਰਖਾ ਹੁੰਦੀ ਹੈ ਜੀ, ਠੀਕ ਹੈ ਨਾ। ਤਾਂ ਜਿਹੜਾ ਅੱਧਾ ਜਿਹੜਾ ਖੇਤਰ ਹੈਗਾ ਉਹ ਵਰਖਾ ਦੇ ਉੱਪਰ ਹੀ ਨਿਰਭਰ ਕਰਦਾ ਹੈਗਾ। ਉਸ ਤੋਂ ਬਾਅਦ ਕੀ ਆ? ਭਾਰਤ ਦੇ 58% ਖੇਤਰ ਜਿਹੜਾ ਹੈਗਾ ਖੇਤੀ ਉੱਪਰ ਨਿਰਭਰ ਕਰਦੇ ਨੇ। ਭਾਰਤ ਦਾ 58% ਜਿਹੜਾ ਏਰੀਆ 58% ਜਿਹੜਾ ਖੇਤਰ ਹੈ ਉਹ ਕੀ ਕਰਦਾ ਹੈਗਾ? ਖੇਤੀਬਾੜੀ ਕਰਦਾ ਹੈਗਾ। ਉਹ ਕੀ ਕਰਦਾ ਹੈ? ਖੇਤੀਬਾੜੀ ਕਰਦਾ। ਭਾਰਤ ਦਾ ਪਹਿਲਾ ਨੰਬਰ ਹੈ ਰੂੰ, ਮਸਾਲੇ, ਜੂਟ ਅਤੇ ਦੁੱਧ ਦੀ ਪੈਦਾਵਾਰ ਦੇ ਵਿੱਚ। ਜ਼ਰੂਰ ਯਾਦ ਰੱਖਿਓ ਕਿ ਭਾਰਤ ਦਾ ਪਹਿਲਾ ਨੰਬਰ ਹੈ ਕਿ ਭਾਰਤ ਦੇ ਵਿੱਚ ਜਿਹੜੀਆਂ ਰੂੰ ਦੀ ਪੈਦਾਵਾਰ ਕੀਤੀ ਜਾਂਦੀ ਹੈ, ਮਸਾਲਿਆਂ ਦੀ ਪੈਦਾਵਾਰ ਕੀਤੀ ਜਾਂਦੀ ਹੈ, ਜੂਟ ਦੀ ਪੈਦਾਵਾਰ ਕੀਤੀ ਜਾਂਦੀ ਹੈ ਅਤੇ ਦੁੱਧ ਦੀ ਪੈਦਾਵਾਰ ਦੇ ਵਿੱਚ ਭਾਰਤ ਦਾ ਸਭ ਤੋਂ
ਪਹਿਲਾ ਸਥਾਨ ਹੈ। ਇੱਦਾਂ ਹੀ ਦੂਜਾ ਨੰਬਰ ਹੈ ਕਿ ਭਾਰਤ ਦਾ ਦੂਜਾ ਸਥਾਨ ਹੈ ਗੰਨੇ ਦੀ ਪੈਦਾਵਾਰ ਦੇ ਵਿੱਚ, ਕਣਕ ਦੀ ਪੈਦਾਵਾਰ ਦੇ ਵਿੱਚ ਅਤੇ ਚਾਵਲ ਦੀ ਪੈਦਾਵਾਰ ਦੇ ਵਿੱਚ ਭਾਰਤ ਦਾ ਦੂਜਾ ਸਥਾਨ ਹਾਸਲ ਹੁੰਦਾ ਹੈਗਾ। ਉਸ ਤੋਂ ਬਾਅਦ ਕੀ ਹੈ ਕਿ ਭਾਰਤ ਨੂੰ ਇਸ ਵਿੱਚ 10% ਕਮਾਈ ਹੁੰਦੀ ਹੈ। ਜੇਕਰ ਪੂਰੀ ਐਗਰੀਕਲਚਰ ਦੇ ਵਿੱਚ ਦੇਖੀ ਜਾਵੇ ਤਾਂ ਭਾਰਤ ਨੂੰ ਕਿੰਨੇ ਪਰਸੈਂਟ ਕਮਾਈ ਹੁੰਦੀ ਹੈ, ਤਾਂ 10%। ਭਾਰਤ ਪੂਰੇ ਵਿਸ਼ਵ ਵਿੱਚੋਂ 10.9% ਜਿਹੜਾ ਹੈਗਾ ਫਲ ਅਤੇ 8.6% ਜਿਹੜਾ ਹੈਗਾ 8.6% ਜਿਹੜਾ ਹੈਗਾ ਸਬਜ਼ੀਆਂ ਉਗਾਉਂਦਾ, ਸਬਜ਼ੀਆਂ ਦੀ ਪੈਦਾਵਾਰ ਕਰਦਾ। ਇੱਥੇ ਸਬਜ਼ੀਆਂ ਦੀ ਪੈਦਾਵਾਰ ਵੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿ ਭਾਰਤ ਪੂਰੇ ਵਿਸ਼ਵ ਦੀ ਗੱਲ ਕਰੀ ਜਾਵੇ ਤਾਂ 10% ਕੀ ਹੈ ਫਲ ਅਤੇ 8.6% ਸਬਜ਼ੀਆਂ ਪੈਦਾ ਕਰਨ ਦੇ ਵਿੱਚ ਮਾਹਿਰ ਹੈ। ਉਸ ਤੋਂ ਬਾਅਦ ਆਉਂਦਾ ਸਰਵਿਸ ਸੈਕਟਰ। ਸਰਵਿਸ ਸੈਕਟਰ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ? ਸੌਫਟਵੇਅਰ ਇੰਡਸਟਰੀ ਸਭ ਤੋਂ ਵੱਡੀ ਇੰਡਸਟਰੀ ਹੈ। 10-10 ਲੱਖ ਦੇ ਰੁਪਏ ਦੇ ਕੀ ਕੰਮ ਮਿਲਦੇ ਹੈਗੇ, ਸੌਫਟਵੇਅਰ ਵਿਕਦੇ ਨੇ। ਤਾਂ ਸੌਫਟਵੇਅਰ ਇੰਡਸਟਰੀ, ਸਕੂਲ, ਬੈਂਕਿੰਗ, ਹਸਪੀਟਲ, ਹੋਟਲ, ਕਾਲਜ, ਯੂਨੀਵਰਸਿਟੀ ਅਤੇ ਇੰਟਰਨੈਟ, ਇਹ ਸਾਰੀਆਂ ਕਿਹਦੇ ਵਿੱਚ ਆ ਜਾਂਦੀਆਂ ਨੇ? ਸਰਵਿਸ ਸੈਕਟਰ ਦੇ ਵਿੱਚ ਇਕੋਨਮੀ ਦੇ ਆ ਜਾਂਦੀਆਂ ਨੇ। ਉਸ ਤੋਂ ਬਾਅਦ ਕੁਝ ਚੀਜ਼ਾਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਕਾਫੀ ਜਿਹੜੀਆਂ ਚੀਜ਼ਾਂ ਪੇਪਰ ਦੇ ਵਿੱਚ ਰਿਪੀਟ ਹੁੰਦੀਆਂ ਨੇ ਵਾਰ-ਵਾਰ, ਉਹਨਾਂ ਨੂੰ ਕਿਹੜੀਆਂ ਨੇ? ਉਹ ਸਭ ਤੋਂ ਪਹਿਲਾਂ ਗਾ ਕਿ ਬੰਗਲੌਰ ਨੂੰ ਸਿਲੀਕੋਨ ਸਿਟੀ ਆਫ ਇੰਡੀਆ ਵੀ ਕਿਹਾ ਜਾਂਦਾ ਹੈ। ਵੈਰੀ ਇੰਪੋਰਟੈਂਟ ਨੇ। ਬੰਗਲੌਰ ਨੂੰ ਕੀ ਕਿਹਾ ਜਾਂਦਾ? ਸਿਲੀਕੋਨ ਸਿਟੀ ਆਫ ਇੰਡੀਆ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਸਭ ਤੋਂ ਜ਼ਿਆਦਾ ਕੀ ਹੈ, ਬੰਗਲੌਰ ਦੇ ਵਿੱਚ ਕੰਪਿਊਟਰ ਪਾਏ ਜਾਂਦੇ ਨੇ। ਕੰਪਿਊਟਰ ਕਾਹਦੇ ਬਣੇ ਹੁੰਦੇ ਨੇ? ਸਿਲੀਕੋਨ ਦੇ ਬਣੇ ਹੁੰਦੇ ਨੇ। ਤਾਂ ਕਰਕੇ ਕੀ ਕਿਹਾ ਜਾਂਦਾ ਜੀ, ਸਭ ਤੋਂ ਜ਼ਿਆਦਾ ਜਿਹੜਾ ਹੈਗਾ ਸਿਲੀਕੋਨ ਸਿਟੀ ਆਫ, ਜੇ ਤੁਹਾਨੂੰ ਪੁੱਛਿਆ ਜਾਵੇ ਇੰਡੀਆ ਤਾਂ ਬੰਗਲੌਰ ਨੂੰ, ਹੈਦਰਾਬਾਦ ਪੁੱਛਿਆ ਜਾਵੇ ਤਾਂ ਹਾਈਟੈਕ ਸਿਟੀ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ? ਹੈਦਰਾਬਾਦ ਨੂੰ ਕਿਹਾ ਜਾਂਦਾ ਜੀ। ਤੇ ਗੁਰੂਗ੍ਰਾਮ ਦਾ ਸਾਈਬਰ ਸਿਟੀ ਆਫ ਇੰਡੀਆ ਕਿਹਨੂੰ ਕਿਹਾ ਜਾਂਦਾ ਗਾ? ਗੁਰੂਗ੍ਰਾਮ ਨੂੰ ਕਿਹਾ ਜਾਂਦਾ। ਇਹ ਤਿੰਨੇ ਚੀਜ਼ਾਂ ਜ਼ਰੂਰ ਯਾਦ ਰੱਖਿਓ। ਅੱਛਾ, ਜੇ ਤੁਹਾਨੂੰ ਹੋਰ ਪੁੱਛ ਲਿਆ ਜਾਵੇ ਕਿ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਦਾ ਨਾਮ ਦੱਸੋ ਜੀ, ਤਾਂ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਕਿਹੜੀ ਹੈ? TCS। ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕੁਐਸਟ ਹੈ ਕਿ TCS ਦੀ ਫੁੱਲ ਫਾਰਮ ਦੱਸ ਦਿਓ। ਜੇ ਤੁਹਾਨੂੰ ਪਤਾ ਹੈ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ। ਹਰੇਕ ਸਟੂਡੈਂਟ ਨੇ ਦੱਸਣਾ। ਕੋਈ ਗੱਲ ਨਹੀਂ, ਗਲਤ ਹੋ ਜੂਗੀ ਕੋਈ ਗੱਲ ਨਹੀਂ, ਮੈਂ ਅਗਲੇ ਇਕਨੋਮਿਕਸ ਦੇ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਫੁੱਲ ਫਾਰਮ ਦੱਸ ਦੂੰਗਾ, ਠੀਕ ਹੈ। ਪਰ ਅੱਜ ਤੁਸੀਂ ਮੈਨੂੰ ਦੱਸੋ, ਕਿਉਂਕਿ ਇੱਕ ਜਿਹੜਾ ਪੰਜਾਬ ਪੁਲਿਸ ਦਾ ਐਗਜ਼ਾਮ ਹੋ ਰਿਹਾ ਉਹ ਵੀ TCS ਕੰਪਨੀ ਲੈ ਰਹੀ ਹੈ, ਠੀਕ ਹੈ। ਟਾਟਾ ਦੀ ਇੱਕ ਕੰਪਨੀ ਹੈ, ਬਾਕੀ ਤੁਸੀਂ ਦੱਸ ਦਿਓ ਨਾਮ। ਟਾਟਾ ਦੀ ਇੱਕ ਕੰਪਨੀ ਹੈ, ਉਹ ਕੀ ਕਰ ਰਹੀ ਹੈ? ਪੰਜਾਬ ਪੁਲਿਸ ਦਾ ਇੱਕ ਐਗਜ਼ਾਮ ਹੋਵੇਗਾ ਜਿਹੜਾ ਹੁਣ ਉਹ ਕੰਡਕਟ ਕਰਾ ਰਹੀ ਹੈ, ਠੀਕ ਹੈ ਨਾ। ਤਾਂ ਸਭ ਤੋਂ ਵੱਡੀ ਕੰਪਨੀ ਭਾਰਤ ਦੀ ਕਿਹੜੀ ਹੈ? TCS ਹੈ ਜੀ। ਤੇ ਇਹ ਸਾਰੇ ਐਗਜ਼ਾਮ ਵਗੈਰਾ ਜਿਹੜੇ ਹੈਗੇ ਆ ਇਹ ਕੰਡਕਟ ਕਰਾਉਂਦੀ ਹੈ, ਤੇ ਦੱਸਿਓ ਕਿਹੜੀ ਹੈ, ਠੀਕ ਹੈ। ਦੀ ਫੁੱਲ ਫਾਰਮ ਜ਼ਰੂਰ ਦੱਸਣਾ। ਭਾਰਤ ਦੀ ਜਿਹੜੀ ਇੰਡਸਟਰੀਜ਼ ਨੇ, ਸਭ ਤੋਂ ਵੱਡੀ ਇੰਡਸਟਰੀ ਜਿਹੜੀ ਹੈਗੀ ਆ ਡਿਫੈਂਸ ਦੀ ਹੈ ਜੀ ਭਾਰਤ ਦੀ। ਉਸ ਤੋਂ ਬਾਅਦ ਇਲੈਕਟ੍ਰੀਸਿਟੀ ਦੀ, ਕੇਡ ਆਇਲ ਦੀ, ਮੈਡੀਸਨ ਦੀ, ਆਟੋਮੋਬਾਈਲ, ਇਹ ਸਾਰੀਆਂ ਇੰਡਸਟਰੀਆਂ ਦੇ ਵਿੱਚੋਂ ਵੀ ਇਨਕਮ ਹੁੰਦੀ ਹੈ ਇਕਨੋਮੀ ਨੂੰ। ਉਸ ਤੋਂ ਬਾਅਦ ਹੈ ਇੰਟਰੋਡਕਸ਼ਨ ਟੂ ਇੰਡੀਅਨ ਇਕਨੋਮੀ। ਭਾਰਤ ਦੀ ਜਿਹੜੀ ਹੈਗੀ ਹੈ ਇੰਡੀਅਨ ਇਕਨੋਮੀ ਦੀ ਜਿਹੜੀ ਹੈਗੀ ਆਪਾਂ ਜਾਣ ਪਛਾਣ ਦੇ ਥੋੜ੍ਹੀ ਜਿਹੀ ਕਰ ਲਈਏ। ਭਾਰਤ ਨੂੰ ਦੁਨੀਆ ਦਾ ਮਿਕਸਡ ਇਕਨੋਮੀ ਦੇਸ਼ ਵੀ ਕਿਹਾ ਜਾਂਦਾ ਹੈਗਾ। ਭਾਰਤ ਨੂੰ ਦੁਨੀਆ ਦਾ ਮਿਕਸਡ ਇਕਨੋਮੀ ਵਾਲਾ ਦੇਸ਼ ਕਿਹਾ ਜਾਂਦਾ ਹੈਗਾ। ਭਾਰਤ ਦੀ ਜਿਹੜੀ ਕਰੰਸੀ ਹੈ, ਠੀਕ ਹੈ ਜੀ, ਕਰੰਸੀ ਹੈ, ਉਹਨੂੰ ਕਿਹਦੇ ਨਾਮ ਨਾਲ ਜਾਣਿਆ ਜਾਂਦਾ ਹੈ? ਰੁਪਏ ਦੇ ਨਾਲ ਜਾਣਿਆ ਜਾਂਦਾ ਹੈਗਾ। ਦੇਖੋ ਇਹਦਾ ਜਿਹੜਾ ਸਿੰਬਲ ਹੁੰਦਾ, ਮੈਂ ਇੱਥੇ ਦੱਸਿਆ, ਮੈਂ ਦੁਬਾਰਾ ਵੀ ਦੱਸ ਦਿੰਦਾ ਹੈਗਾ। ਇਹਦਾ ਜਿਹੜਾ ਸਿੰਬਲ ਹੈ ਜੀ ਉਹ ਇਦਾਂ ਦਾ ਹੈਗਾ, ਠੀਕ ਹੈ। ਇਹਦਾ ਜਿਹੜਾ ਸਿੰਬਲ ਹੈ ਉਹ ਇਦਾਂ ਦਾ ਹੈਗਾ। ਇਸ ਨੂੰ ਹਿੰਦੀ ਦੀ ਦੇਵਾਗਰੀ ਜਿਹੜੀ ਸਕ੍ਰਿਪਟ ਹੈ ਉਹਦੇ ਵਿੱਚੋਂ ਲਿਆ ਗਿਆ ਸੀਗਾ ਇਸ ਸਿੰਬਲ ਨੂੰ। ਜੇ ਤੁਹਾਨੂੰ ਪੁੱਛਿਆ ਜਾਵੇ ਇੰਗਲਿਸ਼ ਦੇ ਵਿੱਚ ਤਾਂ ਰੋਮਨ ਸਕ੍ਰਿਪਟ ਦੇ ਵਿੱਚ ਇਹਨੂੰ ਲਿਖਿਆ ਜਾਂਦਾ ਹੈਗਾ। ਤਾਂ ਜਿਹੜਾ ਉਹਦਾ ਸਿੰਬਲ ਹੈ ਜੀ ਇਹ ਸਿੰਬਲ ਹੈ, ਮੈਂ ਇੱਥੇ ਲਾਇਆ ਵੀ ਹੋਇਆ, ਤਾਂ ਇਹਨੂੰ ਜ਼ਰੂਰ ਯਾਦ ਰੱਖ ਲਿਓ। ਜੇ ਤੁਹਾਨੂੰ ਕਈ ਵਾਰੀ ਪੁੱਛ ਲਏ ਕਿ ਜਿਹੜਾ ਰੁਪਏ ਦਾ ਸਿੰਬਲ ਹੈ ਉਹ ਹਿੰਦੀ ਦੇ ਵਿੱਚੋਂ ਕਿਹੜੀ ਭਾਸ਼ਾ ਦੇ ਵਿੱਚੋਂ ਲਿਆ ਗਿਆ ਹੈਗਾ, ਤਾਂ ਦੇਵਨਾਗਰੀ ਸਕ੍ਰਿਪਟ ਦੇ ਵਿੱਚੋਂ ਲਿਆ। ਜੇ ਤੁਹਾਨੂੰ ਸਕ੍ਰਿਪਟ ਪੁੱਛੇ ਤਾਂ ਦੇਵਨਾਗਰੀ ਸਕ੍ਰਿਪਟ ਦੇ ਵਿੱਚੋਂ ਲਿਆ ਗਿਆ। ਜੇ ਇੰਗਲਿਸ਼ ਦੇ ਵਿੱਚ ਪੁੱਛਿਆ ਜਾਵੇ ਤਾਂ ਰੋਮਨ ਸਕ੍ਰਿਪਟ, ਠੀਕ ਹੈ ਜੀ, ਰੋਮਨ ਸਕ੍ਰਿਪਟ ਦੇ ਵਿੱਚੋਂ ਲਿਆ ਗਿਆ। ਫੌਂਟ ਨਹੀਂ ਹੈਗਾ, ਰੋਮਨ ਫੌਂਟ ਅਲੱਗ ਹੁੰਦਾ ਹੈਗਾ, ਰੋਮਨ ਸਕ੍ਰਿਪਟ ਦੇ ਵਿੱਚੋਂ ਲਿਆ ਗਿਆ ਜੀ। ਅੱਗੇ ਵਧਦੇ ਹਾਂ। ਭਾਰਤ ਦੀ ਜਿਹੜੀ ਵਿੱਤੀ ਸਾਲ ਫਾਈਨੈਂਸ਼ੀਅਲ ਈਅਰ ਕਦੋਂ ਤੋਂ ਸਟਾਰਟ ਹੁੰਦਾ? ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ। ਕਦੋਂ ਤੋਂ ਸਟਾਰਟ ਹੁੰਦਾ ਭਾਰਤ ਦਾ ਵਿੱਤੀ ਸਾਲ ਜਾਂ ਫਾਈਨੈਂਸ਼ੀਅਲ ਈਅਰ? 1 ਅਪ੍ਰੈਲ ਤੋਂ ਲੈ ਕੇ ਅਗਲੇ ਸਾਲ ਦੇ 31 ਮਾਰਚ ਤੱਕ। ਹੁਣ ਚਲੋ ਮੈਂ ਫੋਰ ਐਗਜ਼ਾਮਪਲ ਦੇ ਦਿੰਦਾ, ਠੀਕ ਹੈ। 1 ਅਪ੍ਰੈਲ 2020 ਤੋਂ ਲੈ ਕੇ
31 ਮਾਰਚ, ਠੀਕ ਹੈ ਜੀ, 2021 ਤੱਕ ਜਿਹੜਾ ਹੈਗਾ ਰਹਿੰਦਾ ਜੀ। ਵਿੱਤੀ ਸਾਲ ਫਾਈਨੈਂਸ਼ੀਅਲ ਈਅਰ ਕਦੋਂ ਤੱਕ ਰਹਿੰਦਾ ਹੈ? 1 ਅਪ੍ਰੈਲ ਤੋਂ ਲੈ ਕੇ ਅਗਲੇ ਸਾਲ ਦੇ 31 ਮਾਰਚ ਤੱਕ ਜਿਹੜਾ ਹੈਗਾ ਜੀ ਫਾਈਨੈਂਸ਼ੀਅਲ ਈਅਰ ਵਿੱਤੀ ਸਾਲ ਵਧਿਆ ਜਾਂਦਾ ਗਾ ਭਾਰਤ ਦਾ। ਭਾਰਤ ਨੂੰ ਅੱਜ ਦੁਨੀਆ ਵਿੱਚ ਡਿਵੈਲਪਿੰਗ ਦੇਸ਼ ਕਿਹਾ ਜਾਂਦਾ ਹੈ। ਇੱਕ ਹੁੰਦਾ ਡਿਵੈਲਪਡ, ਇੱਕ ਹੁੰਦਾ ਡਿਵੈਲਪਿੰਗ। ਅੱਗੇ ਮੈਂ ਦੱਸੂਗਾ ਲੈਕਚਰ ਦੇ ਵਿੱਚ ਕੀ ਹੁੰਦੇ ਨੇ। ਡਿਵੈਲਪਿੰਗ ਦੇਸ਼ ਦੇ ਨਾਂ ਕਿਹਾ ਜਾਂਦਾ ਗਾ। ਭਾਰਤ ਦੀ GDP ਗਰੋਥ, ਡੋਮੈਸਟਿਕ ਪ੍ਰੋਡਕਟ, ਸ਼ਕਲ ਕੇ ਘਰੇਲੂ ਉਤਪਾਦ ਜਿਹਨੂੰ ਕਿਹਾ ਜਾਂਦਾ ਹੈ, ਉਹ ਕਿੰਨਾ ਗਾ ਭਾਰਤ ਦਾ? ਤਾਂ ਉਹ ਭਾਰਤ ਦਾ ਜੀ GDP ਜਿਹੜੀ ਹੈਗੀ ਆ, ਭਾਰਤ ਦੀ GDP ਡਾਲਰ 3.5 ਟ੍ਰਿਲੀਅਨ ਹੈ ਜੀ। ਮੈਂ ਤੁਹਾਨੂੰ ਪਹਿਲਾਂ ਵੀ ਕਮਾਉਂਦਾ, ਉਹ ਕਮਾਇਆ, ਉਹਨਾਂ ਨੂੰ ਕੀ ਸੀਗਾ? ਕਮਾਇਆ ਜਾਂਦਾ। ਤਾਂ ਉਹ GDP ਕਿੰਨੀ ਕਮਾਉਂਦਾ? ਦੂਜੇ ਦੇਸ਼ਾਂ ਤੋਂ ਕਿੰਨੀ ਕਮਾਉਂਦਾ GDP? ਇਹ ਕੀ ਆ? ਭਾਰਤ ਦੀ GDP ਕਿੰਨੀ ਹੈ? ਤਾਂ ਡਾਲਰ 3.05 ਟ੍ਰਿਲੀਅਨ ਜਿਹੜੀ ਹੈਗੀ ਆ, ਇਹ ਡਾਲਰ ਹੈ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਭਾਰਤ ਜਿਹੜਾ ਹੈਗਾ ਪੂਰੇ ਵਿਸ਼ਵ ਦੇ ਵਿੱਚੋਂ GDP ਦੇ ਆਧਾਰ 'ਤੇ ਕਿੰਨੇ ਨੰਬਰ 'ਤੇ ਆਉਂਦਾ ਹੈ? ਤਾਂ 6ਵੇਂ ਨੰਬਰ 'ਤੇ ਆਉਂਦਾ ਜੀ। ਜੇ ਤੁਹਾਨੂੰ ਪੁੱਛਿਆ ਜਾਵੇ ਕਿ ਭਾਰਤ ਦੁਨੀਆ ਭਰ ਦੇ ਵਿੱਚੋਂ GDP ਦੇ ਆਧਾਰ 'ਤੇ ਕਿੰਨੇ ਸਥਾਨ 'ਤੇ ਆਉਂਦਾ ਗਾ? ਤਾਂ ਤੁਸੀਂ ਦੱਸਣਾ ਜੀ 6ਵੇਂ ਸਥਾਨ 'ਤੇ ਭਾਰਤ ਆਉਂਦਾ ਗਾ। ਤਾਂ ਇਹ ਜ਼ਰੂਰ ਯਾਦ ਰੱਖਿਓ, ਮੋਸਟ ਇੰਪੋਰਟੈਂਟ ਕੁਐਸਚਨ ਬਣ ਸਕਦੇ ਨੇ ਇਹਨਾਂ 'ਚੋਂ। ਜੇਕਰ ਭਾਰਤ ਦੀ GDP ਨੂੰ ਪ੍ਰਤੀ ਵਿਅਕਤੀ ਵੰਡਿਆ ਜਾਵੇ ਤਾਂ ਇੱਕ ਵਿਅਕਤੀ ਦੇ ਹਿੱਸੇ ਕਿੰਨੇ ਡਾਲਰ ਆਉਣਗੇ? 2191 ਡਾਲਰ। ਆ ਮੈਂ ਤੁਹਾਨੂੰ ਪਹਿਲਾਂ ਡਿਸਕਸ ਕੀਤਾ ਸੀ, ਕਿੰਨੇ ਡਾਲਰ ਆਉਣਗੇ? 2191 ਡਾਲਰ ਇੱਕ ਬੰਦੇ ਦੇ ਹਿੱਸੇ ਆਉਣਗੇ ਜੇ ਪੂਰੀ GDP ਨੂੰ ਵੰਡ ਦਿੱਤਾ ਜਾਵੇ। ਠੀਕ ਹੈ ਜੀ, ਕੋਈ ਜ਼ਿਆਦਾ ਨਹੀਂ ਹੈਗੀ, USA ਦੀ ਸਭ ਤੋਂ ਜ਼ਿਆਦਾ ਹੈਗੀ। ਉਸ ਤੋਂ ਬਾਅਦ ਹੈ ਜੀ ਕਿ ਭਾਰਤ ਵਿੱਚ ਜੋ ਮਹਿੰਗਾਈ ਹੈ ਉਹ ਕਿੰਨੇ ਪਰਸੈਂਟ ਹੈ? 5.3% ਜਿਹੜੀ ਮਹਿੰਗਾਈ ਪਾਈ ਗਈ ਹੈ ਭਾਰਤ ਦੇ ਵਿੱਚ। ਠੀਕ ਹੈ ਜੀ, ਭਾਰਤ ਦੇ ਲੇਬਰ ਫੋਰਸ ਕੰਮ ਕਰਨ ਵਾਲੇ ਲੋਕ ਕਿੰਨੇ ਨੇ? 50 ਕਰੋੜ ਜਿਹੜੇ ਹੈਗੇ ਆ ਲੋਕ, ਜਿਹੜੇ ਕੀ ਕਰਦੇ ਆ? ਭਾਰਤ ਦੇ ਵਿੱਚ ਲੇਬਰ ਕਰਦੇ ਆ ਜੀ, ਲੇਬਰ ਦਾ ਕੰਮ ਕਰਦੇ ਆ, ਕੰਮ ਕਾਰਜ ਕਰਦੇ ਨੇ। ਉਸ ਤੋਂ ਬਾਅਦ ਕੀ ਹੈ? ਭਾਰਤ ਦਾ ਵਪਾਰ ਕਰਨ ਦਾ ਵਿੱਚ ਪੂਰੀ ਦੁਨੀਆ ਵਿੱਚ 63ਵਾਂ ਰੈਂਕ ਹੈ। ਦੇਖੋ, ਬਿਜ਼ਨਸ ਕਰਨਾ ਜਾਂ ਵਪਾਰਿਕ ਚੀਜ਼ਾਂ ਲੈਣ ਦੇਣ ਕਰਨਾ ਕਿਸੇ ਦੂਸਰੇ ਦੇਸ਼ ਨਾਲ, ਤਾਂ ਕਿੰਨਾ ਸਥਾਨ ਹੈ? ਤਾਂ 63ਵਾਂ ਸਥਾਨ ਹੈਗਾ ਜੀ ਪੂਰੇ ਵਿਸ਼ਵ ਦੇ ਵਿੱਚੋਂ, ਪੂਰੇ ਦੁਨੀਆ ਭਰ ਦੇ ਵਿੱਚੋਂ ਭਾਰਤ ਦਾ 13ਵਾਂ ਸਥਾਨ ਹੈਗਾ। ਭਾਰਤ ਦਾ ਐਕਸਪੋਰਟ ਕਹਿਣ ਦਾ ਮਤਲਬ ਹੈ ਭਾਰਤ ਦੁਨੀਆ ਭਰ ਵਿੱਚ ਆਪਣਾ ਮਾਲ ਕਿੰਨੇ ਦਾ ਵੇਚ ਦਿੰਦਾ ਹੈ? ਤਾਂ ਕਿੰਨੇ ਦਾ ਵੇਚ ਦਿੰਦਾ ਜੀ? 313 ਬਿਲੀਅਨ ਡਾਲਰ ਦਾ ਜਿਹੜਾ ਹੈਗਾ ਮਾਲ ਦੁਨੀਆ ਭਰ ਵਿੱਚ ਵੇਚਦਾ ਹੈ। ਹੁਣ ਗੱਲ ਇਹ ਹੈ, ਖਰੀਦ ਦਾ ਵੀ ਬਹੁਤ ਹੈ। ਖਰੀਦਦਾ ਕੀ ਤੋਂ ਆ? ਸਭ ਤੋਂ ਵੱਧ ਚਾਈਨਾ ਤੋਂ ਖਰੀਦਦਾ ਹੈ। ਤਾਂ ਭਾਰਤ ਜਿਹੜਾ ਹੈਗਾ ਕੀ ਕਰਦਾ ਹੈਗਾ? ਭਾਰਤ ਐਕਸਪੋਰਟ ਆਪਣਾ ਮਾਲ ਕਿੰਨੇ ਦਾ ਵੇਚਦਾ ਹੈ? ਡਾਲਰ 313 ਬਿਲੀਅਨ ਦਾ। 313 ਬਿਲੀਅਨ ਡਾਲਰ ਦਾ ਜਿਹੜਾ ਹੈਗਾ ਆਪਣਾ ਮਾਲ ਪੂਰੇ ਦੁਨੀਆ ਭਰ ਦੇ ਵਿੱਚ ਵੇਚਦਾ ਹੈ। ਤੇ ਭਾਰਤ ਦੀ ਇੰਪੋਰਟ, ਭਾਰਤ ਦੁਨੀਆ ਤੋਂ ਕਿੰਨੇ ਪਰਸੈਂਟ ਮਾਲ ਲੈਂਦਾ ਗਾ? ਕਿੰਨੇ ਦਾ ਲੈਂਦਾ? ਡਾਲਰ 474 ਬਿਲੀਅਨ ਮਾਲ ਜਿਹੜਾ ਹੈਗਾ ਖਰੀਦਦਾ ਗਾ। ਉਹਦੇ ਵਿੱਚ ਸਭ ਤੋਂ ਵੱਧ ਖਰੀਦਦਾ ਗਾ ਚਾਈਨਾ ਦੇ ਵਿੱਚੋਂ। ਕੱਲੀ ਚਾਈਨਾ ਦੇ ਵਿੱਚੋਂ ਕਿੰਨੇ ਪਰਸੈਂਟ ਖਰੀਦਦਾ ਹੈਗਾ? ਫਸਟ ਨੰਬਰ 'ਤੇ ਹੈ ਜੀ ਜਿਹੜਾ ਇੰਡੀਆ ਜਿਹੜਾ ਹੈਗਾ ਚਾਈਨਾ ਦੇ ਵਿੱਚੋਂ ਸਭ ਤੋਂ ਵੱਧ ਇੰਪੋਰਟ ਕਰਦਾ ਮਤਲਬ ਹੁੰਦਾ ਖਰੀਦਦਾ। ਸਭ ਤੋਂ ਵੱਧ ਕੀ ਤੋਂ ਖਰੀਦਦਾ ਹੈਗਾ? ਚਾਈਨਾ ਤੋਂ ਖਰੀਦਦਾ। ਕਿੰਨੇ ਪਰਸੈਂਟ ਖਰੀਦਦਾ ਹੈਗਾ ਜੀ? 14.3% ਜਿਹੜਾ ਹੈਗਾ ਚਾਈਨਾ ਤੋਂ ਮਾਲ ਇੰਡੀਆ ਖਰੀਦਦਾ ਹੈਗਾ। ਉਸ ਤੋਂ ਬਾਅਦ ਕੀ ਆ ਕਿ ਭਾਰਤ ਤੋਂ ਜੋ ਸਭ ਤੋਂ ਵੱਧ ਮਾਲ ਖਰੀਦਣ ਵਾਲਾ ਦੇਸ਼ ਜਿਹੜਾ ਹੈਗਾ ਉਹ ਕਿਹੜਾ ਜੀ? USA। ਭਾਰਤ ਤੋਂ ਜਿਹੜਾ ਸਭ ਤੋਂ ਵੱਧ ਐਕਸਪੋਰਟ ਕਰਦਾ, ਸਭ ਤੋਂ ਵੱਧ ਖਰੀਦਦਾ ਹੈਗਾ, ਉਹ ਕਿਹੜਾ ਦੇਸ਼ ਹੈਗਾ? USA ਹੈਗਾ। USA ਕਿੰਨੇ ਪਰਸੈਂਟ ਖਰੀਦਦਾ? 16.8% ਜਿਹੜਾ ਹੈਗਾ ਮਾਲ ਕੀ ਕਰਦਾ? USA ਭਾਰਤ ਦੇ ਵਿੱਚੋਂ ਖਰੀਦ ਲਿਆ ਜਾਂਦਾ ਜੀ। ਉਸ ਤੋਂ ਬਾਅਦ ਅੱਗੇ ਕੀ ਹੈਗਾ ਕਿ ਭਾਰਤ ਵਿੱਚ ਵਿਦੇਸ਼ੀ ਮੁਦਰਾ ਦਾ ਜਿਹੜਾ ਹੈਗਾ ਭੰਡਾਰ ਹੈ, ਜਿਸ ਨੂੰ FDI ਫੋਰਨ ਰਿਜ਼ਰਵ ਜਿਹਨੂੰ ਕਿਹਾ ਜਾਂਦਾ ਹੈ। ਤਾਂ ਮੈਂ ਦੱਸਦਾ ਵੀ ਹੁੰਦਾ ਕੀ ਹੈ ਇਹ। ਤਾਂ ਉਹ ਕਿੰਨੇ ਡਾਲਰ ਦਾ ਹੈਗਾ? ਡਾਲਰ 592 ਬਿਲੀਅਨ ਦੇਸ਼ਾਂ ਦਾ ਭਾਰਤ ਵਿੱਚ ਪੈਸਾ ਪਿਆ। ਕਹਿਣ ਦਾ ਮਤਲਬ ਕੀ ਹੈ ਕਿ ਵਿਦੇਸ਼ੀ ਜਿਹੜੇ ਵਿਦੇਸ਼ ਨੇ ਉਹਨਾਂ ਦਾ ਪੈਸਾ ਜਿਹੜਾ ਹੈਗਾ ਭਾਰਤ ਦੇ ਵਿੱਚ 592 ਬਿਲੀਅਨ। ਠੀਕ ਹੈ ਜੀ, 592 ਬਿਲੀਅਨ ਜਿਹੜਾ ਹੈਗਾ ਵਿਦੇਸ਼ਾਂ ਦਾ ਪੈਸਾ ਭਾਰਤ ਦੇ ਵਿੱਚ ਪਿਆ, ਜਿਹਨੂੰ ਕੀ ਕਿਹਾ ਜਾਂਦਾ? ਫੋਰਨ ਰਿਜ਼ਰਵ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਸੜਕਾਂ ਦੀ ਲਵਾਈ ਵਿੱਚ ਭਾਰਤ ਦਾ ਦੂਸਰਾ ਸਥਾਨ ਹੈ ਜੀ। ਜਿਹੜੀਆਂ ਆਪਣੇ ਭਾਰਤ ਦੇ ਵਿੱਚ ਸੜਕਾਂ ਬਣੀਆਂ ਨੇ
ਤਾਂ ਉਹਦੇ ਵਿੱਚ ਜਿਹੜਾ ਸਥਾਨ ਹੈ ਉਹ ਕਿਹੜਾ ਹੈਗਾ, ਉਹ ਸੈਕਿੰਡ ਸਥਾਨ ਹੈ ਜੀ। ਠੀਕ ਹੈ ਜੀ, ਦੂਸਰਾ ਸਥਾਨ ਹੈ। ਪਹਿਲਾ ਕਿਹੜਾ ਹੈਗਾ USA, ਦੂਸਰਾ ਕਿਹੜਾ ਹੈਗਾ ਇੰਡੀਆ ਹੈਗਾ। ਭਾਰਤ ਵਿੱਚ ਰੇਲ ਦੀ ਪਟੜੀ ਦੀ ਲੰਬਾਈ ਵਿੱਚ ਭਾਰਤ ਜਿਹੜਾ ਹੈਗਾ ਚੌਥੇ ਨੰਬਰ 'ਤੇ ਆਉਂਦਾ ਹੈਗਾ। ਜਿਹੜੀਆਂ ਲਾਈਨਾਂ ਦੀ ਰੇਲਵੇ ਦੀਆਂ ਲਾਈਨਾਂ ਵਿਛਾਈਆਂ ਹੋਣੀਆਂ, ਸਭ ਤੋਂ ਲੰਬੀ ਲਾਈਨ ਜਿਹੜੀ ਹੈਗੀ ਆ USA ਦੇ ਵਿੱਚ ਹੈ ਜੀ, ਸਭ ਤੋਂ ਲੰਬੀ USA ਦੇ ਵਿੱਚ, ਸੈਕਿੰਡ ਚਾਈਨਾ ਦੇ ਵਿੱਚ, ਥਰਡ ਜਿਹੜਾ ਹੈ ਰਸ਼ੀਆ ਦੇ ਵਿੱਚ, ਤੇ ਫੋਰਥ ਜਿਹੜਾ ਹੈਗਾ ਜੀ ਇੰਡੀਆ ਦੇ ਵਿੱਚ ਵਿਛਾਈਆਂ ਨੇ। ਸਭ ਤੋਂ ਲੰਬਾਈ ਦੀ ਗੱਲ ਕਰ ਰਹੇ ਹਾਂ, ਭਾਰਤ ਵਿੱਚ ਜਿਹੜੀ ਰੇਲ ਦੀ ਪਟੜੀ ਦੀ ਲੰਬਾਈ ਜਿਹੜੀ ਹੈਗੀ ਆ, ਪਹਿਲ ਤੇ ਰਸ਼ੀਆ ਹੈ, ਪਹਿਲ ਤੇ USA ਹੈ, ਦੂਸਰੇ ਤੇ ਚਾਈਨਾ ਹੈਗਾ, ਤੀਸਰੇ ਤੇ ਰਸ਼ੀਆ, ਤੇ ਚੌਥੇ ਤੇ ਇੰਡੀਆ ਦੇ ਵਿੱਚ ਪਾਈ ਜਾਂਦੀ ਆ ਸਭ ਤੋਂ ਲੰਬੀ ਲਾਈਨ। ਉਸ ਤੋਂ ਇੱਦਾਂ ਹੀ ਜਿਹੜਾ ਹੈਗਾ ਅਰਬਪਤੀ ਦੀ ਸੂਚੀ ਦੇ ਵਿੱਚ ਜਿਹਨੂੰ ਪੁੱਛਿਆ ਜਾਵੇ ਕਿ ਭਾਰਤ ਦੀ ਅਰਬਪਤੀ ਦੀ ਸੂਚੀ ਦੇ ਵਿੱਚ ਕਿੰਨਾ ਸਥਾਨ ਹੈ, ਭਾਰਤ ਦੀ ਅਰਬਪਤੀ ਦੀ ਜਿਹੜੀ ਸੂਚੀ ਹੈ ਉਹਦੇ ਵਿੱਚ ਤੀਜਾ ਸਥਾਨ ਹੈ ਜੀ ਭਾਰਤ ਦਾ। ਠੀਕ ਹੈ, ਜਿਹੜਾ ਹੈਗਾ ਬਿਲੀਨੀਅਰ ਲਿਸਟ ਜਿਹਨੂੰ ਕਿਹਾ ਜਾਂਦਾ ਹੈਗਾ, ਅਰਬਪਤੀ ਦੀ ਸੂਚੀ, ਜਿਹੜੇ ਸਭ ਤੋਂ ਤਕੜੇ ਅਰਬਪਤੀ ਲੋਕ ਪਾਏ ਜਾਂਦੇ ਨੇ ਉਹ ਕਿੱਥੇ ਪਾਏ ਜਾਂਦੇ, ਤੀਜੇ ਸਥਾਨ ਤੇ ਇੰਡੀਆ ਦੇ ਵਿੱਚ ਪਾਏ ਜਾਂਦੇ ਨੇ। ਇੰਡੀਆ ਦੇ ਵਿੱਚ ਪਹਿਲਾ ਬੰਦਾ ਕਿਹੜਾ ਹੈਗਾ, ਫਸਟ ਸਥਾਨ ਉੱਤੇ ਜਿਹੜਾ ਹੈਗਾ ਰਿਲਾਇੰਸ ਕੰਪਨੀ ਦਾ ਜਿਹੜਾ ਮੁਕੇਸ਼ ਅੰਬਾਨੀ ਹੈ, ਉਹ ਪਹਿਲਾ ਸਭ ਤੋਂ ਭਾਰਤ ਦਾ ਅਮੀਰ ਬੰਦਾ ਪਾਇਆ ਜਾਂਦਾ ਜੀ। ਤੇ ਲਗਾਤਾਰ 14 ਸਾਲ ਤੋਂ ਕੀ ਕਰ ਰਿਹਾ, ਉਹ ਹਿੱਟ ਲਿਸਟ ਦੇ ਵਿੱਚ ਹੈ ਜੀ, ਅਮੀਰੀ ਦੇ ਅਰਬਪਤੀ ਦੀ ਜਿਹੜੀ ਹੈਗੀ ਆ ਹਿੱਟ ਲਿਸਟ ਦੇ ਵਿੱਚ ਪਾਇਆ ਜਾ ਰਿਹਾ ਹੈਗਾ। ਤਾਂ ਉਹਦੀ ਜਿਹੜੀ ਇਨਕਮ ਹੈ ਜਾਂ ਉਹਦੀ ਸੰਪੱਤੀ ਹੈ ਉਹ ਕਿੰਨੀ ਹੈ, 84.5 ਬਿਲੀਅਨ ਡਾਲਰ ਦੀ ਹੈ ਜੀ। 84.5 ਬਿਲੀਅਨ ਡਾਲਰ ਦੀ ਜਿਹੜੀ ਉਹਦੀ ਸੰਪੱਤੀ ਹੈ ਉਹ ਕਿਹਦੇ ਕੋਲੇ ਆ, ਮੁਕੇਸ਼ ਅੰਬਾਨੀ ਕੋਲੇ ਆ। ਤਾਂ ਸਭ ਤੋਂ ਅਮੀਰ ਬੰਦਾ ਜੀ ਇੰਡੀਆ ਦਾ ਮੁਕੇਸ਼ ਅੰਬਾਨੀ। ਖੇਤੀਬਾੜੀ ਦੀ ਪੈਦਾਵਾਰ ਵਿੱਚ ਭਾਰਤ ਸੈਕਿੰਡ ਸਥਾਨ ਤੇ ਆਉਂਦਾ, ਮੈਂ ਪਹਿਲਾਂ ਵੀ ਦੱਸਿਆ। ਫਸਟ ਤੇ ਕਿਹੜਾ ਆਉਂਦਾ ਜੀ, ਚਾਈਨਾ ਆਉਂਦਾ ਹੈਗਾ। ਭਾਰਤ ਦੀਆਂ 2 ਸ਼ੇਅਰ ਸਟਾਕ ਮਾਰਕੀਟਾਂ ਹਨ, ਸ਼ੇਅਰ ਜਾਂ ਸਟਾਕ ਜਿਹੜੀਆਂ ਮਾਰਕੀਟਾਂ ਨੇ ਉਹ ਦੋ ਨੇ ਜੀ। ਸਭ ਤੋਂ ਪਹਿਲਾਂ ਕਿਹੜੀ ਹੈ, BSE ਬੰਬੇ ਸਟਾਕ ਐਕਸਚੇਂਜ, ਦੂਸਰੀ ਕਿਹੜੀ ਹੈ ਜੀ, ਨੈਸ਼ਨਲ ਸਟਾਕ ਐਕਸਚੇਂਜ। ਵੈਰੀ ਇੰਪੋਰਟੈਂਟ ਹੈ, ਤਾਂ ਜ਼ਰੂਰ ਯਾਦ ਰੱਖਿਓ। ਭਾਰਤ ਦੀਆਂ ਜਿਹੜੀਆਂ ਕਿੰਨੀਆਂ ਸ਼ੇਅਰ ਮਾਰਕੀਟਾਂ ਨੇ, 2 ਨੇ ਜੀ। ਸ਼ੇਅਰ ਸਟਾਕ ਜਾਂ ਸ਼ੇਅਰ ਮਾਰਕੀਟ ਜਿਹਨੂੰ ਪੁੱਛਿਆ ਜਾਂਦਾ ਹੈਗਾ ਕਿੰਨੇ ਨੇ, ਤਾਂ 2 ਨੇ ਜੀ। ਕਿਹੜੀਆਂ ਬੰਬੇ ਸਟਾਕ ਐਕਸਚੇਂਜ, ਤਾਂ ਇੱਕ ਹੈ ਨੈਸ਼ਨਲ ਸਟਾਕ ਐਕਸਚੇਂਜ। ਅਗਲਾ ਚੈਪਟਰ ਜਿਹੜਾ ਹੈਗਾ ਆਪਣੇ ਟੌਪਿਕ ਦਾ ਉਹ ਸਟਾਰਟ ਹੋਣ ਲੈ, ਉਹਦਾ ਨਾਮ ਹੈਗਾ ਡਿਵੈਲਪਮੈਂਟ, ਵਿਕਾਸ ਕਿਵੇਂ ਹੋ ਸਕਦਾ ਹੈਗਾ। ਵਿਕਾਸ ਡਿਵੈਲਪਮੈਂਟ ਜਿਹੜਾ ਹੈਗਾ ਇਕਨੋਮੀ ਦੇ ਵਿੱਚ 2 ਭਾਗਾਂ ਦੇ ਵਿੱਚ ਹੈ। ਦੇਖੋ ਤੁਹਾਨੂੰ ਕਿਹਾ ਗਿਆ ਹੈ ਕਿ 10ਵੀਂ ਅਪ ਟੂ 10ਵੀਂ ਲੈਵਲ ਦੀ ਜਿਹੜੀ ਹੈਗੀ ਆ ਇਕਨੋਮੀ, ਸੋਸ਼ਲ ਸਾਇੰਸ ਤੇ ਸਾਇੰਸ ਹੋਣੀ ਚਾਹੀਦੀ ਹੈ। ਤਾਂ ਇਹ ਸਾਰੀਆਂ ਜਿਹੜੀਆਂ ਨੋਟਸ ਬਣਾਏ ਹੋਏ ਆ ਆਪਣੇ ਜਿਹੜੇ ਹੈਗੇ ਆ 10ਵੀਂ ਤੱਕ ਜਿਹੜੇ ਹੈਗੇ ਸਬਜੈਕਟ ਨੇ ਉੱਥੋਂ ਤੱਕ ਦੇ ਬਣਾਏ ਹੋਏ ਨੇ। ਤਾਂ ਜ਼ਰੂਰ ਕਵਰ ਅਪ ਕਰ ਲਿਓ, ਕਿਉਂਕਿ ਪੇਪਰ ਠੀਕ ਵਧੀਆ ਲੈਵਲ ਦਾ ਆਉਣਾ, ਜ਼ਿਆਦਾ ਈਜ਼ੀ ਵੀ ਨਹੀਂ ਆਉਣਾ, ਜ਼ਿਆਦਾ ਹਾਰਡ ਵੀ ਨਹੀਂ ਆਉਣਾ। ਸਿਲੇਬਸ ਕਵਰ ਹੋਣਾ ਚਾਹੀਦਾ। ਠੀਕ ਹੈ ਜੀ, ਪੋਸਟਾਂ ਬਹੁਤ ਜ਼ਿਆਦਾ ਨੇ। ਇੱਕ ਇਹ ਹੈ ਵੀ ਇੱਕ ਆਪਾਂ ਕੰਟੀਨਿਊ ਤਿਆਰੀ ਕਰਨ ਦੇ ਨਾਲ ਜਿਹੜਾ ਹੈਗਾ ਪੇਪਰ ਹਮੇਸ਼ਾ ਹੀ ਨਿਕਲ ਜਾਂਦਾ ਹੋਗਾ। ਠੀਕ ਹੈ ਨਾ, ਅੱਜ ਇੱਕ ਸਬਜੈਕਟ ਪੜ੍ਹ ਲਿਆ, ਚਲੋ ਛੱਡੋ ਯਾਰ ਪੇਪਰ ਦੇ 2 ਦਿਨ ਪਹਿਲਾਂ ਪੜ੍ਹ ਲਾਂਗੇ, ਇੱਦਾਂ ਨਹੀਂ ਹੋਣਾ ਚਾਹੀਦਾ। ਤਾਂ ਕੰਟੀਨਿਊ ਦੇ ਹਿਸਾਬ ਨਾਲ ਤੁਸੀਂ ਕੀ ਕਰੋ, ਸਿਲੇਬਸ ਦੀ ਤਿਆਰੀ ਕਰੋ। ਪੇਪਰ ਨਿਕਲ ਜਾਣਗੇ, ਸਾਰਿਆਂ ਦੇ ਨਿਕਲ ਜਾਣਗੇ। ਜਿਹੜੇ ਤਿਆਰੀ ਕਰਦੇ ਆ ਸਾਰਿਆਂ ਦੇ ਪੇਪਰ ਕਲੀਅਰ ਹੋ ਜਾਣਗੇ, ਕੋਈ ਵੱਡੀ ਗੱਲ ਨਹੀਂ ਹੈਗੀ ਪੇਪਰ ਕਲੀਅਰ ਕਰਨਾ। ਇਕਨੋਮਿਕ ਡਿਵੈਲਪਮੈਂਟ ਕਿਹੜੀ ਹੁੰਦੀ ਹੈ, ਜਿਹੜੀ ਖੇਤੀਬਾੜੀ ਦਾ ਵਿਕਾਸ ਹੋਵੇ, ਜਿਨ੍ਹਾਂ ਦੇ ਵਿੱਚ ਬੈਂਕਾਂ ਦਾ ਵਿਕਾਸ ਹੋਵੇ। ਇਕਨੋਮਿਕ ਡਿਵੈਲਪਮੈਂਟ ਵਿੱਚ ਖੇਤੀਬਾੜੀ ਦਾ ਵਿਕਾਸ ਹੋਵੇ, ਬੈਂਕਾਂ ਦਾ ਵਿਕਾਸ, ਬੈਂਕਾਂ ਦੇ ਵਿੱਚ ਪੈਸਾ ਆਵੇ, ਫੋਰਨਿੰਗ ਟ੍ਰੇਡ ਹੋਣ, ਇਹਨਾਂ ਚੀਜ਼ਾਂ ਦਾ ਵਿਕਾਸ ਹੋਵੇ। ਭਾਰਤ ਤੋਂ ਦੂਜੇ ਦੇਸ਼ਾਂ ਦੇ ਵਿੱਚ ਐਕਸਪੋਰਟ ਕੀਤੇ ਜਾਣ, ਭਾਰਤ ਤੋਂ ਦੂਜੇ ਦੇਸ਼ਾਂ ਦੇ ਵਿੱਚ ਮਾਲ ਨੂੰ ਵੇਚਿਆ ਜਾਵੇ। ਉਹਨਾਂ ਨੂੰ ਕਾਹਦੇ ਵਿੱਚ ਆਉਂਦੇ ਨੇ, ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਆਉਂਦੇ ਨੇ, ਆਰਥਿਕ ਵਿਕਾਸ ਦੇ ਵਿੱਚ ਆਉਂਦੇ ਨੇ ਜਿਹੜੇ ਉਹ ਚੀਜ਼ਾਂ। ਦੂਸਰਾ ਹੈਗਾ ਸੋਸ਼ਲ ਡਿਵੈਲਪਮੈਂਟ ਕਿਹੜੀ ਹੁੰਦੀ ਆ, ਭਾਰਤ ਵਿੱਚ ਸਿੱਖਿਆ ਦਾ ਵਿਕਾਸ ਹੋ ਰਿਹਾ ਕਿ ਨਹੀਂ ਹੋ ਰਿਹਾ, ਸਮਾਜਿਕ ਵਿਕਾਸ ਹੋਣਾ, ਸਿਹਤ ਦਾ ਵਿਕਾਸ ਹੋਣਾ, ਖਾਣ ਪੀਣ ਵਾਲੀਆਂ ਚੀਜ਼ਾਂ ਦਾ ਵਿਕਾਸ ਹੋਣਾ, ਉਹ ਸਾਰੀਆਂ ਕਿਹਦੇ ਵਿੱਚ ਆਉਂਦੀਆਂ ਨੇ, ਸੋਸ਼ਲ ਡਿਵੈਲਪਮੈਂਟ ਦੇ ਵਿੱਚ ਆਉਂਦੀਆਂ ਨੇ। ਮੈਂ ਦੁਬਾਰਾ ਦੱਸ ਰਿਹਾ, ਇਕਨੋਮਿਕ ਡਿਵੈਲਪਮੈਂਟ ਕਿਹੜੀ ਹੁੰਦੀ ਹੈ, ਜਿਹੜੀ ਇਕਨੋਮਿਕ ਡਿਵੈਲਪਮੈਂਟ ਉਹ ਹੁੰਦੀ ਹੈ ਜਿਹਦੇ ਦੇ ਵਿੱਚੋਂ ਖੇਤੀਬਾੜੀ ਦਾ ਵਿਕਾਸ ਹੋ ਸਕੇ, ਬੈਂਕਾਂ ਦਾ ਵਿਕਾਸ ਹੋ ਸਕੇ, ਬੈਂਕਾਂ ਦੇ ਵਿੱਚ ਪੈਸਾ ਆਉਣ ਲੱਗੇ। ਕਹਿਣ ਦਾ ਮਤਲਬ ਫੋਰਨਿੰਗ ਟ੍ਰੇਡ ਹੋਣ ਦਾ ਵਿਕਾਸ ਹੋਣ ਲੱਗੇ। ਲੋਕ ਜਿਹੜੇ ਹੈਗੇ ਆ, ਫੋਰਨ ਲੋਕ ਜਿਹੜੇ ਹੈਗੇ ਆ ਭਾਰਤ ਦੇ ਵਿੱਚ ਟੂਰਿਸਟ ਵੀਜ਼ੇ ਤੇ ਆਉਣ, ਭਾਰਤ ਦੂਜੇ ਦੇਸ਼ਾਂ ਨੂੰ ਕੀ ਕਰੇ, ਆਪਣਾ ਮਾਲ ਵੇਚੇ। ਇਹਨੂੰ ਕੀ ਕਿਹਾ ਜਾਂਦਾ ਗਾ, ਇਕਨੋਮਿਕ ਡਿਵੈਲਪਮੈਂਟ ਕਿਹਾ ਜਾਂਦਾ ਗਾ। ਸੋਸ਼ਲ ਡਿਵੈਲਪਮੈਂਟ ਕਿਹੜੀ ਹੁੰਦੀ ਹੈ, ਸੋਸ਼ਲ ਡਿਵੈਲਪਮੈਂਟ ਹੁੰਦੀ ਹੈ ਕਿ ਭਾਰਤ ਵਿੱਚ ਸਿੱਖਿਆ ਦਾ ਵਿਕਾਸ ਹੋਵੇ,
ਭਾਰਤ ਵਿੱਚ ਸਮਾਜਿਕ ਵਿਕਾਸ ਹੋਵੇ, ਭਾਰਤ ਵਿੱਚ ਸਿਹਤ ਦਾ ਵਿਕਾਸ ਹੋਵੇ, ਭਾਰਤ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਵਿਕਾਸ ਹੋਵੇ। ਇਹ ਦੋ ਤਰ੍ਹਾਂ ਦੀ ਜਿਹੜੀ ਹੁੰਦੀ ਆ ਡਿਵੈਲਪਮੈਂਟ ਆਪਣੀ ਪਾਈ ਜਾਂਦੀ ਹੈ ਇਕਨੋਮਿਕਸ ਦੇ ਵਿੱਚ। ਇਸੇ ਤਰ੍ਹਾਂ ਹੀ ਵਿਦੇਸ਼ੀ ਦੀ ਜਿਹੜੀ ਵਿਕਾਸ ਆ ਦੋ ਭਾਗ, ਉਹਨਾਂ ਦੇ ਦੋ ਭਾਗ ਨੇ। ਕਿਹੜੇ ਕਿਹੜੇ ਨੇ ਵਿਦੇਸ਼ਾਂ ਦੇ ਵਿਕਾਸ ਦੇ ਜਿਹੜੇ ਹੈਗੇ ਆ ਦੋ ਭਾਗ ਨੇ। ਪਹਿਲਾ ਕਿਹੜਾ ਹੈਗਾ GDP, ਦੂਸਰਾ ਕਿਹੜਾ ਹੈਗਾ ਪ੍ਰੀ ਕੈਪੀਟਲ ਇਨਕਮ। ਮੈਂ ਪਹਿਲਾਂ ਵੀ ਦੱਸਿਆਗਾ GDP ਇੱਕ ਦੇਸ਼ ਦੁਆਰਾ ਇੱਕ ਸਾਲ ਵਿੱਚ ਇੱਕ ਦੇਸ਼ ਦੁਆਰਾ ਕਿੰਨੀ ਪੈਦਾਵਾਰ ਕੀਤੀ ਜਾਂਦੀ ਹੈ, ਉਹ ਭਾਵੇਂ ਦੀ ਖੇਤੀਬਾੜੀ ਦੇ ਵਿੱਚੋਂ ਦੀ ਹੋਵੇ, ਉਦਯੋਗ ਖੇਤਰਾਂ ਦੇ ਵਿੱਚੋਂ ਹੋਵੇ ਜਾਂ ਸਰਵਿਸ ਸੈਕਟਰਾਂ ਦੇ ਵਿੱਚੋਂ ਹੋਵੇ। ਕਹਿਣ ਦਾ ਮਤਲਬ ਕੀ ਹੈ, ਇੱਕ ਦੇਸ਼ ਦੁਆਰਾ ਕਿਸੇ ਵੀ ਦਾਇਰੇ ਦੇ ਵਿੱਚ ਜਾਂ ਕਿਸੇ ਵੀ ਇੰਡਸਟਰੀ ਦੇ ਵਿੱਚ ਕਿੰਨੀ ਪੈਦਾਵਾਰ ਕੀਤੀ ਜਾਂਦੀ ਹੈ, ਉਹਨੂੰ ਕੀ ਕਿਹਾ ਜਾਂਦਾ ਹੈਗਾ, GDP ਕਿਹਾ ਜਾਂਦਾ ਹੈਗਾ। ਪਰ ਕੈਪੀਟਲ ਇਨਕਮ ਕੀ ਹੁੰਦੀ ਹੈ, ਭਾਰਤ ਦੀ GDP ਨੂੰ ਭਾਰਤ ਦੇ ਸਾਰੇ ਲੋਕਾਂ ਦੇ ਵਿੱਚ ਜੇਕਰ ਵੰਡ ਦਿੱਤਾ ਜਾਵੇ ਤਾਂ ਇੱਕ ਬੰਦੇ ਦੇ ਹਿੱਸੇ ਕਿੰਨਾ ਪੈਸਾ ਆਵੇਗਾ, ਉਹਨੂੰ ਪਰ ਕੈਪੀਟਲ ਬੋਲਿਆ ਜਾਂਦਾ ਹੈ ਜਾਂ ਪਰ ਕੈਪੀਟਲ ਇਨਕਮ ਕਿਹਾ ਜਾਂਦਾ ਹੈਗਾ। ਇਦਾਂ ਹੀ ਕੀ ਹੈ, ਕੁਝ ਕੰਟਰੀਜ਼ ਨੇ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਕੰਟਰੀਜ਼। ਕਿਹੜੀਆਂ ਕਿਹੜੀਆਂ? ਇੱਕ ਹੁੰਦੀਆਂ ਨੇ ਡਿਵੈਲਪਡ ਕੰਟਰੀਜ਼, ਇੱਕ ਹੁੰਦੀਆਂ ਨੇ ਡਿਵੈਲਪਿੰਗ ਕੰਟਰੀਜ਼। ਇੱਕ ਹੁੰਦੀਆਂ ਨੇ ਤੁਹਾਡੀਆਂ ਡਿਵੈਲਪਡ, ਇੱਕ ਹੁੰਦੀਆਂ ਡਿਵੈਲਪਿੰਗ ਕੰਟਰੀਜ਼। ਦੋਨਾਂ ਦੇ ਵਿੱਚ ਫਰਕ ਬਹੁਤ ਹੈ। ਹੁਣ ਇੱਕ ਪੰਜਾਬੀ 'ਚ ਜਿਹਨੂੰ ਕਹਿੰਦੇ ਆ ਵਿਕਸਿਤ ਦੇਸ਼, ਪੰਜਾਬੀ 'ਚ ਕਹਿ ਦਿੰਦੇ ਆ ਵਿਕਸਿਤ ਦੇਸ਼, ਤੇ ਇਹਦੇ ਵਿੱਚ ਕੀ ਆ, ਵਿਕਾਸਸ਼ੀਲ ਦੇਸ਼। ਠੀਕ ਹੈ ਨਾ, ਡਿਵੈਲਪਿੰਗ ਦੇ ਵਿੱਚ ਵਿਕਾਸਸ਼ੀਲ ਦੇਸ਼। ਹੁਣ ਵਿਕਸਿਤ ਦੇਸ਼ ਕਿਹੜੇ ਹੁੰਦੇ ਨੇ? ਡਿਵੈਲਪਡ ਕੰਟਰੀਆਂ ਕਿਹੜੀਆਂ ਹੁੰਦੀਆਂ ਨੇ? ਜਿਵੇਂ USA, ਕੈਨੇਡਾ, ਫਰਾਂਸ, ਇਟਲੀ, ਜਾਪਾਨ, ਸਵਿਟਜ਼ਰਲੈਂਡ। ਠੀਕ ਹੈ ਜੀ, ਇਹ ਸਾਰੀਆਂ ਕਿਹੜੀਆਂ ਕੰਟਰੀਆਂ ਨੇ? ਵਿਕਸਿਤ ਡਿਵੈਲਪਡ ਕੰਟਰੀਆਂ ਨੇ, ਜਿਨ੍ਹਾਂ ਦੇ ਵਿੱਚ ਨਾ ਤਾਂ ਬਿਜਲੀ ਜਾਂਦੀ ਹੈ ਜੀ, ਨਾ ਪਾਣੀ ਦੀ ਘਾਟ ਰਹਿੰਦੀ ਹੈ, ਜਾਂ ਨਾ ਸਭ ਤੋਂ ਵਧੀਆ ਇੰਟਰਨੈਟ ਚੱਲਦਾ ਹੈ। ਠੀਕ ਹੈ, ਉਹਨਾਂ ਦਾ ਡਿਫੈਂਸ ਸਿਸਟਮ, ਥਲ ਸੈਨਾ, ਜਲ ਸੈਨਾ, ਵਾਯੂ ਸੈਨਾ ਸਭ ਤੋਂ ਜ਼ਿਆਦਾ ਮਜ਼ਬੂਤ ਹੁੰਦੀ ਹੈ। ਉਹਨਾਂ ਦਾ ਸਿੱਖਿਆ ਸਿਸਟਮ ਸਭ ਤੋਂ ਜ਼ਿਆਦਾ ਮਜ਼ਬੂਤ ਹੁੰਦਾ ਹੈਗਾ। ਉਹਨਾਂ ਦੀ ਸਿਹਤ ਸਹੂਲਤਾਂ ਸਭ ਤੋਂ ਜ਼ਿਆਦਾ ਮਜ਼ਬੂਤ ਹੁੰਦੀਆਂ। ਉਹ ਕਿਹਦੇ ਵਿੱਚ ਆਉਂਦੀਆਂ ਨੇ? ਡਿਵੈਲਪਡ ਕੰਟਰੀ ਦੇ ਵਿੱਚ ਆਉਂਦੀਆਂ ਨੇ। ਅਤੇ ਜਿਹੜੀਆਂ ਡਿਵੈਲਪਿੰਗ ਕੰਟਰੀਆਂ ਹੁੰਦੀਆਂ ਨੇ, ਵਿਕਾਸਸ਼ੀਲ ਦੇਸ਼ ਹੁੰਦੇ ਨੇ, ਉਹਨਾਂ ਦੇ ਵਿੱਚ ਇੰਡੀਆ, ਰਸ਼ੀਆ, ਚਾਈਨਾ, ਬ੍ਰਾਜ਼ੀਲ, ਸਾਊਥ ਅਫਰੀਕਾ, ਇਹ ਸਾਰੀਆਂ ਉਹਨਾਂ ਦੇ ਵਿੱਚ ਆ ਜਾਂਦੀਆਂ ਨੇ। ਉਹਨਾਂ ਦੇ ਵਿੱਚ ਥੋੜ੍ਹੀਆਂ ਜਿਹੀਆਂ ਸਹੂਲਤਾਂ ਘੱਟ ਹੁੰਦੀਆਂ ਨੇ। ਦੇਖੋ ਜਿਵੇਂ ਆਪਾਂ ਬੋਲਿਆ ਡਿਫੈਂਸ ਸਿਸਟਮ ਆਪਣਾ ਵੀ ਬਹੁਤ ਮਜ਼ਬੂਤ ਹੈ, ਪਰ ਆਪਣੇ ਕੋਲ ਉਨੇ ਹਥਿਆਰ ਨਹੀਂ ਹੈਗੇ ਜਿੰਨੇ USA ਕੋਲ ਹੈ, ਕੈਨੇਡਾ ਕੋਲ ਹੈ, ਜਾਂ ਡਿਵੈਲਪਡ ਕੰਟਰੀਆਂ ਕੋਲ ਨੇ। ਉਨੀਆਂ ਟੈਕਨੋਲੋਜੀ ਆਪਣੇ ਕੋਲ ਨਹੀਂ ਹੈਗੀਆਂ। ਅੱਗੇ ਆ ਜਾਂਦਾ ਹੈਗਾ, ਅੱਗੇ ਦੋ ਤਿੰਨ ਟਰਮਾਂ ਨੇ ਬਹੁਤ ਜ਼ਰੂਰੀ ਨੇ ਆਪਣੇ ਵਾਸਤੇ। ਇੱਕ ਹੁੰਦਾ ਜੀ IMR, ਇਨਫਰੰਟ ਮੋਰਟੈਲਿਟੀ ਰੇਟ। ਕਹਿਣ ਦਾ ਮਤਲਬ ਕੀ ਹੁੰਦਾ ਹੈ, ਜਿਹੜੇ ਬੱਚੇ ਜਨਮ ਲੈਂਦੇ ਸਮੇਂ ਮਰ ਜਾਂਦੇ ਨੇ, ਉਹ ਕਾਹਦੇ ਵਿੱਚ ਗਿਣੇ ਜਾਂਦੇ ਨੇ? IMR ਵਿੱਚ ਆਉਂਦੇ ਨੇ। ਇੱਕ ਹੁੰਦਾ MMR, ਮੋਰਟੈਲਿਟੀ ਰੇਟ। ਇਹਨਾਂ ਨੂੰ ਕੀ ਹੁੰਦੀ ਹੈ, ਜੋ ਬੱਚੇ ਨੂੰ ਜਨਮ ਦੇਣ ਸਮੇਂ ਮਾਵਾਂ ਜਿਹੜੀਆਂ ਉਹਨਾਂ ਦੀਆਂ ਮਰ ਜਾਂਦੀਆਂ ਨੇ, ਉਹਨਾਂ ਨੂੰ MMR ਦੇ ਵਿੱਚ ਆਉਂਦੇ ਨੇ। ਇਹਨਾਂ ਦਾ ਜਿਹੜਾ ਰੇਟ ਹੈ ਮੈਂ ਤੁਹਾਨੂੰ ਦੱਸ ਦਿੰਦਾ IMR ਦਾ। ਠੀਕ ਹੈ ਜੀ, ਇੱਕ ਹੁੰਦੀ ਆ MMR, ਇਹ ਹਜ਼ਾਰ ਬੱਚੇ 'ਤੇ ਕਾਊਂਟ ਕੀਤੀ ਜਾਂਦੀ ਹੈ, ਅਤੇ ਇਹ ਜਿਹੜੀ ਕੀਤੀ ਜਾਂਦੀ ਹੈ 1 ਲੱਖ ਮਾਵਾਂ ਦੇ ਕਾਊਂਟ ਕੀਤੀ ਜਾਂਦੀ ਹੈ। 3 ਤੋਂ 5 1 ਲੱਖ ਮਾਵਾਂ 'ਤੇ ਕਾਊਂਟ ਕੀਤੀ ਜਾਂਦੀ ਹੈ। ਇਹ ਘਟਣਾ ਚਾਹੀਦਾ ਹੈ, ਮਤਲਬ ਕਿ ਡੈਥਾਂ ਹੋਣ ਨਾ। ਠੀਕ ਹੈ ਜੀ, ਉਹ ਕਿਹੜੀਆਂ ਕੰਟਰੀਆਂ ਵਿਧੀਆਂ ਜਾਣਗੀਆਂ? ਉਹ ਡਿਵੈਲਪਡ ਕੰਟਰੀਆਂ ਵਿਧੀਆਂ ਜਾਣਗੀਆਂ। ਜੇਕਰ ਇੱਥੇ ਡੈਥ ਜ਼ਿਆਦਾ ਹੋ ਰਹੀ ਹੈ ਤਾਂ ਉਹ ਕਿਹਦੇ ਵਿੱਚ ਆਊਗੀ? ਡਿਵੈਲਪਿੰਗ ਕੰਟਰੀ ਦੇ ਵਿੱਚ ਆਊਗੀ, ਕਿਉਂਕਿ ਸਿਹਤ ਸਹੂਲਤਾਂ, ਡਾਕਟਰੀ ਸੁਵਿਧਾ ਉੱਥੇ ਨਹੀਂ ਹੈਗੀ, ਤਾਂ ਉਹ ਡਿਵੈਲਪਿੰਗ ਕੰਟਰੀ ਦੇ ਵਿੱਚ ਆਉਣਗੀਆਂ। ਅਤੇ ਇੱਕ ਹੁੰਦੀ ਹੈ ਜੀ PDS, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ, ਜਿਹਨੂੰ ਆਪਾਂ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਕਹਿ ਦਿੰਦੇ ਹਾਂ ਡੀਪੂ ਹੋਲਡਰ, ਹੈ ਨਾ ਜੀ। ਉਹ ਜਿਹੜੇ ਉਹਨਾਂ ਦੇ BPL ਕਾਰਡ ਬਣੇ ਹੁੰਦੇ ਨੇ, ਬਿਲੋ ਪ੍ਰਾਇਓਰਟੀ ਲਾਈਫ, ਜਿਨ੍ਹਾਂ ਨੂੰ ਕੀ ਕੀਤਾ ਜਾਂਦਾ, ਕੁਝ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ। ਜਿਨ੍ਹਾਂ ਨੂੰ ਰਾਸ਼ਨ ਪਾਣੀ ਦਿੱਤਾ ਜਾਂਦਾ, ਉਹ ਕਿਹਦੇ ਹਿਸਾਬ 'ਤੇ ਦਿੱਤਾ ਜਾਂਦਾ ਹੈਗਾ? ਪਬਲਿਕ ਡਿਸਟ੍ਰੀਬਿਊਸ਼ਨ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈਗਾ, ਜਿਨ੍ਹਾਂ ਨੂੰ ਡੀਪੂ ਕਹਿੰਦੇ ਆ, ਜਾਂ BPL ਕਾਰਡ ਜਿਨ੍ਹਾਂ ਦੇ ਬਣੇ ਹੁੰਦੇ ਨੇ। ਇੱਥੋਂ ਤੱਕ ਜਿਹੜਾ ਅੱਜ ਦਾ ਆਪਣਾ ਸੈਸ਼ਨ ਸੀਗਾ ਜੀ ਇਕਨੋਮਿਕਸ ਦਾ। ਅਤੇ ਵੱਧ ਤੋਂ ਵੱਧ ਜਿਹੜੇ ਹੈਗੇ ਵੀਡੀਓ ਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ, ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਚੈਨਲ ਨੂੰ ਜੀ, ਤਾਂ ਜੋ ਕੀ ਹੈ ਅਗਲੀਆਂ ਜਿੰਨੀਆਂ ਵੀ ਕਲਾਸਾਂ ਰਹਿੰਦੀਆਂ ਨੇ ਮੈਂ ਔਨਲਾਈਨ ਲਾ ਸਕਾਂ, ਲਾਈਵ ਕਲਾਸਾਂ ਲਾ ਸਕਾਂ। ਤੁਹਾਨੂੰ ਟਾਈਮ ਦੱਸ ਦਿੱਤਾ ਜਾਊਗਾ, ਲਾਈਵ ਕਲਾਸਾਂ ਜਿਹੜੀਆਂ ਹੈਗੀਆਂ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀਆਂ ਜਾਣਗੀਆਂ।
ਤਾਂ ਜਿਹੜੀਆਂ ਇਹਦੀ ਜਿਹੜੀ PDF ਹੈ ਤੁਹਾਨੂੰ ਜਿਹੜੀ ਆਪਣਾ ਇੱਕ ਗਰੁੱਪ ਬਣਿਆ ਹੋਇਆ ਅਕੈਡਮੀ ਦਾ, ਠੀਕ ਹੈ ਜੀ, ਥੱਲੇ ਉਹਦਾ ਲਿੰਕ ਦਿੱਤਾ ਜਾਊਗਾ, ਟੈਲੀਗ੍ਰਾਮ ਵੀ, ਤੇ ਜਿਹੜਾ ਹੈਗਾ ਤੁਹਾਨੂੰ WhatsApp ਗਰੁੱਪ ਦਾ ਲਿੰਕ ਵੀ ਦਿੱਤਾ ਜਾਊਗਾ। ਤਾਂ ਉਸ ਲਿੰਕ ਦੇ ਵਿੱਚ ਕਲਿੱਕ ਕਰਕੇ ਤੁਸੀਂ ਗਰੁੱਪ ਦੇ ਵਿੱਚ ਜੁਆਇਨ ਹੋ ਸਕਦੇ ਹੋ। ਉੱਥੇ ਤੁਹਾਨੂੰ ਜਿਹੜੀ ਹੈਗੀ PDF ਪ੍ਰੋਵਾਈਡ ਕਰਵਾ ਦਿੱਤੀ ਜਾਊਗੀ। ਓਕੇ ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ।